राधा स्वामी नाम जो गावे सोई तरे काल कलेश सब नाश सुख पावे सब दुख हरे ऐसा नाम अपार कोई वेद ना जानई जो जाने सो पार मोर न जग में जनमई राधा स्वामी गाय कर जन्म सुफल कर ले यही नाम निज नाम है मान अपने धर ले बैठक स्वामी अद्भुति राधा निरख निहार और न कोई लाख सके शोभा गमया पार गोपत रूप जहाँ दारिया राधा स्वामी नाम बिना मेहर नहीं पावई जहाँ कोई बेसराम करूं बंदगी राधा स्वामी आगे जिन परताप जीव बहु जागे बारंबार करूं प्रणाम सतगुरु दम साम सतनाम आद अनाद जुगाद नाम संत स्वरूप छोड़ निज धाम आए भव जल नाव लगाई हमसे जीवन लिया छोड़ाई शब्द दृढ़ाया सुरत बताई करम भरम से लिया बचाई दोहा कोट कोट करूं वंदना अरब खरब दंडोत
राधा स्वामी मिल खोला भगति का स्रोत भगति सुनाई सबसे न्यारी वेद कते बनता है बेचारी सात पुरुष चौथे पादवासा संतन का वहाँ सदा बेलासा सोगर दरसाया गुरपुरे बीना बजे जा आचरज तूरे आगे अलख पुरुष दरबारा देखा जाए सूरत से सारा देश पार आगम लोक एक न्यारा संत सूरत कोई करत व्यवहारा तासे दर से अटल अटारी आदभूत राधा स्वामी महल सवारी सूरत हुई आते कार मगनानी पुरशयानामी जाए समानी सूरत हुई आते कार मगनानी पुरशयानामी जाए समानी। राधा स्वामी, राधा स्वामी। हाँ जी टेकर श्री सार बचन बाणी हजूर स्वामी जी महाराज। बचन 12वां शब्द दूसरा। जगत पाव पै लज्जा छोड़ो सुन प्यारे तू कर भगति जगत पाव पै लज्जा छोड़ो सुन प्यारे तू कर भगति। ये बाणी हजूर स्वामी जी महाराज जी दी बहुत प्यार भरिया संदेश दे रहे ने सानू उस भगती दे लई प्रेरित कर रहे ने जिस वास्ते सानू ये मनुखा जन्म मिले है। क्योंकि काम तो होर भी दुनिया के उत्ते असीं आके बहुत करते हैं लेकिन जिहड़ा सब तो अव्वल दर्जे का जिहड़ा काम है वो की है भगती करना। लेकिन ऐसी भी गल नहीं है इस संसार दे विच जिन्ने भी जीव ने
ਚਾਹੇ ਕਿਤੇ ਵੀ ਹੋਣ, ਹਰ ਇੱਕ ਜਿਹੜਾ ਜੀਵ ਹੈ ਕੋਈ ਨਾ ਕੋਈ ਭਗਤੀ ਕਰ ਰਿਹਾ ਹੈ। ਭਗਤੀ ਤੋਂ ਬਗੈਰ ਅਸੀਂ ਕੋਈ ਵੀ ਵਾਂਝੇ ਨਹੀਂ ਹੈਗੇ ਭਗਤੀ ਤੋਂ। ਭਗਤੀ ਹਰ ਕੋਈ ਕਰ ਰਿਹਾ ਹੈ, ਪਰ ਜੋ ਅੱਜ ਸਤਿਗੁਰ ਸੰਦੇਸ਼ ਦੇ ਰਹੇ ਨੇ ਉਹ ਇੱਕ ਅਲੱਗ ਹੀ ਹੈ। ਕਿਉਂਕਿ ਕਈ ਵਾਰ ਸਮਝ ਹੀ ਨਹੀਂ ਲੱਗਦੀ, ਕੰਮ ਅਸੀਂ ਉਹੀ ਕਰ ਰਹੇ ਹੁੰਦੇ ਹਾਂ। ਪਰ ਜਦੋਂ ਕਿਸੇ ਡਾਕਟਰ ਦੇ ਨਾਲ, ਜਿਸ ਤਰ੍ਹਾਂ ਹੁਣ ਕਿਸੇ ਨੂੰ ਕੋਈ ਬਿਮਾਰੀ ਹੋਵੇ, ਉਹਦੀ ਬਿਮਾਰੀ ਨੂੰ ਆਰਾਮ ਨਾ ਆ ਰਿਹਾ ਹੋਵੇ, ਦਵਾਈ ਵੀ ਖਾ ਰਿਹਾ ਹੋਵੇ, ਅਤੇ ਜਦੋਂ ਉਹਨੂੰ ਕੋਈ ਪੁੱਛੇ ਕਿ ਬਈ ਤੈਨੂੰ ਆਰਾਮ ਨਹੀਂ ਆਉਂਦਾ, ਕੀ ਗੱਲ ਹੈ, ਤਾਂ ਉਹ ਕਹਿੰਦਾ ਮੈਂ ਦਵਾਈ ਤਾਂ ਬੜੀ ਖਾ ਰਿਹਾ, ਪਤਾ ਨਹੀਂ ਕੀ ਗੱਲ, ਆਰਾਮ ਨਹੀਂ ਆ ਰਿਹਾ। ਲੇਕਿਨ ਕਈ ਵਾਰ ਦਵਾਈ ਆਪਣੇ ਹੀ ਤਰੀਕਿਆਂ ਦੇ ਨਾਲ, ਆਪਣੇ ਹੀ ਸੋਚ ਸਮਝ ਦੇ ਨਾਲ ਅਸੀਂ ਖਾਈ ਜਾਂਦੇ ਹਾਂ, ਲੇਕਿਨ ਪਤਾ ਨਹੀਂ ਲੱਗਦਾ, ਕਿਸੇ ਡਾਕਟਰ ਦੇ ਪਾਸੋਂ ਅਸੀਂ ਪੁੱਛਦੇ ਨਹੀਂ ਕਿ ਬਈ ਇਹੋ ਹੀ ਦਵਾਈ ਇਸ ਬਿਮਾਰੀ ਦੀ ਹੈ ਜਾਂ ਨਹੀਂ। ਇਸੇ ਤਰ੍ਹਾਂ ਭਗਤੀ ਦੀ ਗੱਲ ਕੀਤੀ, ਉਹਨੇ ਕਿਹਾ ਕਿ ਜਗਤ ਭਾਵ ਪੈ ਲੱਜਾ ਛੋੜੋ, ਸੁਣ ਪਿਆਰੇ ਤੂੰ ਕਰ ਭਗਤੀ। ਬੜੇ ਪਿਆਰ ਦੇ ਨਾਲ ਪਿਆਰੇ ਕਹਿ ਕੇ ਸੰਬੋਧਨ ਕਰ ਰਿਹਾ ਕਿ ਇਹ ਪਿਆਰੇ ਬਈ ਤੂੰ ਭਗਤੀ ਕਰਨ ਵਾਸਤੇ ਆਇਆ ਹੈ ਅਤੇ ਤੂੰ ਭਗਤੀ ਕਰ। ਉਹਦੇ ਵਿੱਚ ਜਿੰਨੀਆਂ ਵੀ ਰੁਕਾਵਟਾਂ ਨੇ, ਜਿਸ ਨਾਲ ਕਿਹਾ ਕਿ ਜਗਤ ਭਾਵ ਪੈ ਲੱਜਾ ਛੋੜੋ, ਇਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਰੁਕਾਵਟਾਂ ਨੇ, ਸਾਨੂੰ ਬੜੇ ਭੈ ਨੇ, ਬੜੀ ਤਰ੍ਹਾਂ ਦੀ ਲੋਕ ਲਾਜ ਹੈ, ਪਰ ਕਹਿੰਦੇ ਕਿ ਇਹਦੇ ਵਿੱਚ ਕਿਉਂ ਅਸੀਂ ਲੋਕ ਲਾਜ ਭੈ ਰੱਖੀਏ ਕਿਸੇ ਦਾ। ਲੇਕਿਨ ਜਿਸ ਤਰ੍ਹਾਂ ਦੱਸਿਆ ਹੈ ਕਿ ਭਗਤੀ ਕਰਨੀ ਕਿਹਦੀ, ਜਦੋਂ ਤੱਕ ਇਹ ਨਹੀਂ ਪਤਾ ਲੱਗਦਾ ਤੇ ਅਸੀਂ ਭਗਤੀ ਕਰਾਂਗੇ ਕਿਹਦੀ। ਹੁਣ ਭਗਤੀ ਤਾਂ ਸਾਰਾ ਸੰਸਾਰ ਕਰ ਰਿਹਾ ਹੈ, ਕੋਈ ਕੌਮਾਂ ਮਜ਼ਹਬਾਂ ਦੀ ਭਗਤੀ ਕਰ ਰਿਹਾ ਹੈ, ਕੋਈ ਘਰ ਪਰਿਵਾਰ ਦੀ, ਕੋਈ ਬੱਚਿਆਂ ਦੀ, ਕੋਈ ਮਾਇਆ ਦੀ ਭਗਤੀ ਤਾਂ ਹਰ ਕੋਈ ਕਰ ਰਿਹਾ ਹੈ। ਲੇਕਿਨ ਆਪਣੇ ਆਪਣੇ ਤਰੀਕੇ ਦੇ ਨਾਲ ਉਹਦੇ ਵਿੱਚ ਹੀ ਉਲਝ ਕੇ ਤੇ ਹੋਰ ਅਸੀਂ ਦਿਨ ਬ ਦਿਨ ਡਾਊਨ ਜਾ ਰਹੇ ਹਾਂ। ਜਿਹੜੀ ਸਤਿਗੁਰ ਭਗਤੀ ਫਰਮਾ ਰਹੇ ਨੇ ਉਹਦੇ ਵਾਸਤੇ ਇੱਕ ਜਗ੍ਹਾ ਸਵਾਮੀ ਜੀ ਨੇ ਫਰਮਾਇਆ ਹੈ, ਭਗਤੀ ਮਹਾਤਮ ਸੁਣ ਮੇਰੇ ਭਾਈ, ਸਭ ਸੰਤਨ ਨੇ ਕੀਆ ਬਖਾਨ। ਕਹਿੰਦੇ ਭਗਤੀ ਦਾ ਜੋ ਮਹਾਤਮ ਹੈ, ਜੋ ਭਗਤੀ ਦੀ ਮਹਿਮਾ ਹੈ, ਉਹ ਕਹਿੰਦੇ ਕਿ ਮੈਂ ਤੈਨੂੰ ਦੱਸਦਾ ਹੈ, ਸੁਣ ਮੇਰੇ ਭਾਈ। ਲੇਕਿਨ ਕਹਿੰਦੇ ਸਭ ਸੰਤਨ ਨੇ ਕੀਆ ਬਖਾਨ। ਇਹ ਵੀ ਨਹੀਂ ਕਿ ਸਿਰਫ ਹੁਣ ਹੀ ਮੈਂ ਦੱਸ ਰਿਹਾ ਜਾਂ ਕਹਿ ਰਿਹਾ ਹੈ, ਸਭ ਸੰਤਾਂ ਮਹਾਤਮਾ ਨੇ ਉਹਦਾ ਮਹਾਤਮ ਜਿਹੜਾ ਦੱਸਿਆ ਹੈ। ਉਹਦੇ ਵਿੱਚ ਉਸ ਸ਼ਬਦ ਦੇ ਵਿੱਚ ਉਹਨਾਂ ਨੇ ਬੜਾ ਖੋਲ ਕੇ ਹਰ ਇੱਕ ਚੀਜ਼ ਦਾ ਦੱਸਿਆ ਕਿ ਭਗਤੀ ਹੈ ਕੀ। ਜਿਸ ਤਰ੍ਹਾਂ ਹੁਣੇ ਦੱਸਿਆ ਹੈ ਕਿ ਭਗਤੀ ਅਸੀਂ ਸਾਰੇ ਕਰ ਰਹੇ ਹਾਂ, ਕੋਈ ਧੀਆਂ ਪੁੱਤਰਾਂ ਨਾਲ ਕਰ ਰਿਹਾ ਹੈ, ਕੋਈ ਕੌਮਾਂ ਮਜ਼ਹਬਾਂ ਨਾਲ ਕਰ ਰਿਹਾ ਹੈ, ਕੋਈ ਮਾਇਆ ਨਾਲ ਕਰ ਰਿਹਾ ਹੈ, ਕਰ ਕੋਈ ਰਿਹਾ ਹੈ। ਲੇਕਿਨ ਇਹਨੂੰ ਉਲਟ ਕੇ ਅਸੀਂ ਇਹਨੂੰ ਗੁਰੂ ਵਾਲੇ ਪਾਸੇ ਲਿਆਉਣਾ ਹੈ। ਜਿਹੜੀ ਭਗਤੀ ਅਸੀਂ ਸੰਸਾਰ ਦੀ ਕਰ ਰਹੇ ਹਾਂ, ਜਿਹੜੀ ਅਸੀਂ ਮਾਇਆ ਦੀ ਕਰ ਰਹੇ ਹਾਂ, ਜਿਹੜੀ ਅਸੀਂ ਕੌਮਾਂ ਮਜ਼ਹਬਾਂ ਦੀ ਕਰ ਰਹੇ ਹਾਂ, ਇਹ ਸਾਨੂੰ ਇਸ ਦੇਸ਼ ਦੇ ਵਿੱਚ ਕੈਦ ਕਰ ਦਿੰਦੀਆਂ ਨੇ, ਇਹ ਸਾਨੂੰ ਇੱਥੋਂ ਨਿਕਲਣ ਨਹੀਂ ਦਿੰਦੀਆਂ। ਜਦੋਂ ਇਸ ਤੋਂ ਉਲਟ ਕੇ ਆਪੀ ਉਹੀ ਪਿਆਰ, ਉਹੀ ਜਿਹੜੀ ਆਪਣੀ ਲਗਨ ਜਿਹੜੀ ਗੁਰੂ ਨਾਲ ਲਗਾ ਦਿੰਦੇ ਹਾਂ, ਅਤੇ ਸਾਨੂੰ ਉਹ ਇਸ ਦੇਸ਼ ਦੇ ਵਿੱਚੋਂ ਬਾਹਰ ਕੱਢ ਕੇ ਲੈ ਜਾਂਦੀ ਹੈ। ਅਤੇ ਉਹਨੇ ਫਰਮਾਇਆ ਕਿ ਇਹਦੇ ਵਿੱਚ ਕੋਈ ਵੀ ਰੁਕਾਵਟ ਹੋਵੇ, ਇਹ ਸ਼ਬਦ ਦੇ ਵਿੱਚ ਬੜਾ ਸਤਿਗੁਰਾਂ ਨੇ ਖੋਲ ਕੇ ਹਰ ਇੱਕ ਰਿਸ਼ਤੇ ਦੇ ਬਾਰੇ ਸਾਨੂੰ ਚੁਕੰਨਿਆ ਕੀਤਾ ਹੈ। ਕਿਉਂਕਿ ਕਈ ਵਾਰ ਅਸੀਂ ਉਲਝ ਕੇ ਰਹਿ ਜਾਂਦੇ ਹਾਂ, ਕਿਉਂਕਿ ਇਸ ਸੰਸਾਰ ਦੀ ਜੋ ਵਿੱਦਿਆ ਹੈ ਉਹ ਸਾਡੇ ਦਿਮਾਗ 'ਚ ਭਰੀ ਹੈ। ਲੇਕਿਨ ਸਵਾਮੀ ਨੇ ਇਸ ਤਰ੍ਹਾਂ ਫਰਮਾਇਆ ਆਪਣੇ ਫੋਨ ਕਿਹਾ ਕਿ ਹੇ ਵਿਦਿਆ ਤੂੰ ਬੜੀ ਅਵਿਦਿਆ, ਤੂੰ ਸੰਤਨ ਕੀ ਕਦਰ ਨਾ ਜਾਣੀ। ਕਦਰ ਕੌਣ ਨਹੀਂ ਉਸ ਚੀਜ਼ ਦੀ ਕਰਨ ਦਿੰਦਾ? ਸਾਡਾ ਦਿਮਾਗ, ਬੁੱਧ। ਕਿਉਂਕਿ ਇਹ ਕੋਈ ਨਾ ਕੋਈ ਉਲਝਣ ਪਾਉਂਦਾ ਹੈ, ਇਹ ਕੋਈ ਨਾ ਕੋਈ ਬੁੱਧ ਮਤ ਅੱਗੇ ਰੱਖ ਦਿੰਦਾ ਹੈ, ਇਹ ਕੋਈ ਨਾ ਕੋਈ ਸਿਆਣਪ ਅੱਗੇ ਲੈ ਆਉਂਦਾ ਹੈ, ਕਹਿੰਦਾ ਹੈ ਨਹੀਂ ਆਹ ਦੇਖੋ ਆਹ ਚੀਜ਼ਾਂ ਇਸ ਤਰ੍ਹਾਂ ਹੈ। ਪਰ ਜਦੋਂ ਸਾਨੂੰ ਕੋਈ ਪੂਰਨ ਸਤਿਗੁਰ ਮਿਲਣਗੇ, ਉਹ ਸਾਨੂੰ ਰਸਤਾ ਦੱਸਣਗੇ, ਅਤੇ ਬਈ ਇਹ ਸਾਰੇ ਭਰਮ ਭੁਲੇਖੇ ਜਿਹੜੇ ਦੂਰ ਹੋ ਜਾਣਗੇ। ਕਿਉਂਕਿ ਭਗਤੀ ਹੈ ਕੀ ਹੈ? ਫਰਮਾਇਆ ਕਿ ਕੋਈ ਕਹਿੰਦਾ ਮੰਦਰਾਂ ਦੇ ਵਿੱਚ ਟੱਲ ਖੜਕਾਉਣਾ ਭਗਤੀ ਹੈ, ਕੋਈ ਕਹਿੰਦਾ ਮੰਦਰਾਂ ਦੇ ਵਿੱਚ ਟੱਲ ਖੜਕਾਉਣਾ ਭਗਤੀ ਹੈ, ਕੋਈ ਕਹਿੰਦਾ ਉੱਚੀ ਉੱਚੀ ਹੇਕਾਂ ਲਾ ਕੇ ਸ਼ਬਦ ਸੁਣਾਉਣਾ ਭਗਤੀ ਹੈ। ਪਰ ਉਹਨਾਂ ਨੇ ਹਰ ਗੱਲ ਨੂੰ ਖੰਡਿਤ ਕੀਤਾ। ਅੱਗੇ ਕੀ ਫਰਮਾਇਆ ਕਿ ਕਹਿੰਦੇ ਕਿ ਛੱਡਦੇ ਸਾਰੇ ਭਰਮ ਭੁਲੇਖੇ, ਗੁਰੂ ਰਜਾਉਣਾ ਭਗਤੀ ਹੈ। ਜਿਸ ਚੀਜ਼ ਨਾਲ ਵੀ ਗੁਰੂ ਰੀਝ ਜਾਵੇ, ਉਹ ਸਾਡੇ ਚੁੱਪ ਕਰਕੇ ਬੈਠਣ ਨਾਲ ਰੀਝ ਜਾਵੇ, ਉਹ ਗੀਤ ਗਾਉਣ ਨਾਲ ਰੀਝ ਜਾਵੇ, ਉਹ ਜਿਸ ਤਰ੍ਹਾਂ ਬੁੱਲੇ ਸ਼ਾਹ ਜੀ ਨੇ ਨੱਚ ਕੇ ਆਪਣੇ ਯਾਰ ਨੂੰ ਮਨਾਇਆ, ਉਸ ਤਰ੍ਹਾਂ ਰੀਝ ਜਾਵੇ, ਜਿਸ ਤਰ੍ਹਾਂ ਵੀ ਹੈ। ਮਤਲਬ ਕੀ ਹੈ ਕਿ ਨਿਸ਼ਾਨਾ ਕੀ ਹੈ ਕਿ ਗੁਰੂ ਰੀਝ ਜਾਵੇ ਸਹੀ। ਹੁਣ ਗੁਰੂ ਕਿਸ ਤਰ੍ਹਾਂ, ਜਿਸ ਤਰ੍ਹਾਂ ਅਸੀਂ ਜੋ ਆਪਣੇ ਘਰ ਦੇ ਬੱਚਿਆਂ ਨੂੰ ਅਸੀਂ ਦਲੀਲਾਂ ਦਿੰਦੇ ਹਾਂ, ਤਾਂ ਕਈ ਵਾਰੀ ਅਸੀਂ ਕਹਿੰਦੇ ਬੱਚੇ ਹੋਰ ਵੀ ਬੜਾ ਕੁਛ ਕਰਦੇ ਨੇ, ਪਰ ਅਸੀਂ ਕਹਿੰਦੇ ਜੋ ਅਸੀਂ ਕਹਿੰਦੇ ਉਹ ਕਰ। ਸਭ ਤੋਂ ਸੌਖਾ ਰਸਤਾ ਤਾਂ ਇਹੋ ਹੀ ਹੈ ਕਿ ਜੋ ਗੁਰੂ ਕਹਿੰਦਾ ਹੈ ਉਹ ਅਸੀਂ ਕਰੀਏ। ਜੇ ਅਸੀਂ ਉਹ ਕਰਾਂਗੇ ਤਾਂ ਗੁਰੂ ਰੀਝ ਜਾਏਗਾ, ਅਤੇ ਬਈ ਹੋਰ ਕੋਈ ਕਿਸੇ ਤਰ੍ਹਾਂ ਦੀ ਡਾਵਾਂ ਡੋਲੀ ਰਹੇਗੀ ਨਹੀਂ।
ਹੁਣ ਇਹਦੇ ਵਿੱਚ ਜਿਹੜੀਆਂ ਅੜਚਨਾਂ ਆਉਂਦੀਆਂ ਨੇ ਉਹਦੇ ਬਾਰੇ ਸਤਿਗੁਰੂ ਇਸ ਸ਼ਬਦ 'ਚ ਖੋਲ੍ਹ ਕੇ ਦੱਸ ਰਹੇ ਨੇ। ਬੜੇ ਪਿਆਰ ਦੇ ਨਾਲ ਸਾਰੇ ਸਰਵਣ ਕਰੀਏ ਔਰ ਉਹਦੇ ਵਿੱਚ ਹੀ ਸਾਡੇ ਭਰਮ ਭੁਲੇਖੇ ਸਾਰੇ ਨਿਕਲ ਜਾਣਗੇ। ਲੇਕਿਨ ਜਦੋਂ ਅਸੀਂ ਜੁੜ ਕੇ ਅੱਛੀ ਤਰ੍ਹਾਂ ਉਹਦਾ ਧਿਆਨ ਦੇਵਾਂਗੇ ਫਿਰ ਪਤਾ ਚੱਲੇਗਾ ਕਿ ਸਤਿਗੁਰੂ ਸਾਨੂੰ ਕੀ ਸਮਝਾਉਣਾ ਕੀ ਚਾਹੁੰਦੇ ਨੇ। ਹੁਣ ਇਹ ਜਿਹੜੇ ਵਚਨ ਨੇ ਇਹ ਕੋਈ ਅੱਜ ਦੇ ਨਹੀਂ ਹੈ। ਇਹ ਕਿੰਨੀ ਦੇਰ ਪਹਿਲਾਂ ਜਿਸ ਤਰ੍ਹਾਂ ਉਹਨੇ ਕਿਹਾ ਕਿ ਸਭ ਸੰਤਨ ਨੇ ਕੀਆ ਬਖਾਨ, ਜਦੋਂ ਜਦੋਂ ਵੀ ਉਹ ਸੰਤ ਮਹਾਤਮਾ ਆਏ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਬੜਾ ਖੋਲ੍ਹ ਕੇ ਸਾਨੂੰ ਸਭ ਨੂੰ ਦੱਸਿਆ ਹੈ। ਲੇਕਿਨ ਸਾਡੇ ਸਾਹਮਣੇ ਕੋਈ ਨਾ ਕੋਈ ਫਿਰ ਰੁਕਾਵਟ ਹੀ ਰਹਿੰਦੀ ਹੈ, ਕੋਈ ਨਾ ਕੋਈ ਬਹਾਨਾ ਅਸੀਂ ਲੱਭ ਹੀ ਲੈਂਦੇ ਹਾਂ ਖੜੇ ਹੋਣ ਦਾ। ਇਸ ਲਈ ਬੜੇ ਧਿਆਨ ਦੇ ਨਾਲ ਸਤਿਗੁਰਾਂ ਦੇ ਜਿਹੜੇ ਵਚਨ ਨੇ ਸਰਵਣ ਕਰੀਏ ਤੇ ਦੇਖੀਏ ਇੱਕ ਇੱਕ ਨਾਤਾ। ਜਿਸ ਤਰ੍ਹਾਂ ਉਹਨੇ ਫਰਮਾਇਆ ਕਿ ਜਗਤ ਭਾਵ ਪੈ ਲੱਜਾ ਛੋੜੋ, ਸੁਨ ਪਿਆਰੇ ਤੂੰ ਕਰ ਭਗਤੀ। ਕਹਿੰਦੇ ਇਹ ਰੁਕਾਵਟਾਂ ਜਿਹੜੀਆਂ ਨੇ ਇਹਨਾਂ ਨੂੰ ਛੱਡ ਦੇ, ਇਹ ਸਭ ਨੂੰ ਆਈਆਂ ਨੇ। ਲੇਕਿਨ ਤੂੰ ਜੇ ਵਾਕਈ ਹੀ ਭਗਤੀ ਕਰਨਾ ਚਾਹੁੰਦਾ ਹੈ, ਅੱਗੇ ਵਧਣਾ ਚਾਹੁੰਦਾ ਹੈ ਤੇ ਫਿਰ ਸਿਰਫ ਭਗਤੀ ਵੱਲ ਧਿਆਨ ਦੇ। ਹੋਰ ਇੱਧਰ ਉੱਧਰ ਦੀਆਂ ਚੀਜ਼ਾਂ ਵੱਲ ਜੇ ਧਿਆਨ ਦੇਵੇਂਗਾ ਤੇ ਇਹ ਰਸਤਾ ਕਦੀ ਕਲੀਅਰ ਨਹੀਂ ਹੋਏਗਾ ਤੇਰਾ। ਹਾਂਜੀ ਬੇਟੇ। ਜਗਤ ਭਾਵ ਪੈ ਲੱਜਾ ਛੋੜੋ, ਸੁਣ ਪਿਆਰੇ ਤੂੰ ਕਰ ਭਗਤੀ। ਜਾਤ ਬਰਨ ਪੈ ਲੱਜਾ ਤਿਆਗੋ, ਸੁਣ ਪਿਆਰੇ ਤੂੰ ਕਰ ਭਗਤੀ। ਹਾਂਜੀ। ਸ਼ਤਰੂ ਮਿੱਤਰ ਡਰ ਦੂਰ ਹਟਾਓ, ਸੁਣ ਪਿਆਰੇ ਤੂੰ ਕਰ ਭਗਤੀ। ਮਾਤ ਪਿਤਾ ਡਰ ਛੋੜ ਗਵਾਓ, ਸੁਣ ਪਿਆਰੇ ਤੂੰ ਕਰ ਭਗਤੀ। ਜੋਰੂ ਲੜ ਕੇ ਮਤ ਡਰ ਇਨ ਸੇ, ਸੁਣ ਪਿਆਰੇ ਤੂੰ ਕਰ ਭਗਤੀ। ਭਾਈ ਭਤੀਜੋਂ ਕਾ ਡਰ ਮਤ ਕਰ, ਸੁਣ ਪਿਆਰੇ ਤੂੰ ਕਰ ਭਗਤੀ। ਸਾਸ ਸੁਸਰ ਡਰ ਮਨ ਸੇ ਛੋੜੋ, ਸੁਣ ਪਿਆਰੇ ਤੂੰ ਕਰ ਭਗਤੀ। ਬਹੁ ਜਮਾਈ ਇਨਕਾ ਡਰ ਤਜ, ਸੁਣ ਪਿਆਰੇ ਤੂੰ ਕਰ ਭਗਤੀ। ਯਾਰ ਆਸ਼ਨਾ ਸਭ ਡਰ ਛੋੜੋ, ਸੁਣ ਪਿਆਰੇ ਤੂੰ ਕਰ ਭਗਤੀ। ਹੁਣ ਦੇਖੋ ਕੋਈ ਵੀ ਨਾਤਾ ਜਿਹੜਾ ਐਸਾ ਜਿਹਦਾ ਨਾਮ ਨਹੀਂ ਲਿਆ ਉਹਨਾਂ ਨੇ। ਅਸੀਂ ਹਮੇਸ਼ਾ ਕੋਈ ਨਾ ਕੋਈ ਬਹਾਨਾ ਹੀ ਰੱਖਦੇ ਹਾਂ ਕਿ ਮੈਂ ਤੁਰਨਾ ਤੇ ਚਾਹੁੰਦਾ ਪਰ ਮੈਨੂੰ ਇਹਨੇ ਰੋਕ ਲਿਆ, ਮੈਂ ਕਰਨਾ ਤੇ ਚਾਹੁੰਦਾ ਪਰ ਆਹ ਮੇਰੀ ਰੁਕਾਵਟ ਬਣ ਗਈ। ਸਤਿਗੁਰਾਂ ਨੇ ਸਾਰੀਆਂ ਰੁਕਾਵਟਾਂ ਨੂੰ ਹੀ ਰੱਦ ਕਰ ਦਿੱਤਾ। ਦੁਨੀਆ ਦੇ ਵਿੱਚ ਬਹੁਤ ਪਿਆਰੇ ਨਾਤੇ ਨੇ,
ਲੇਕਿਨ ਉਹਨਾਂ ਨੇ ਕੀ ਕਿਹਾ ਕਿ ਇਹ ਸਾਰੀਆਂ ਪੈਰਾਂ ਦੀਆਂ ਬੇੜੀਆਂ ਨੇ। ਜਦੋਂ ਤੁਸੀਂ ਭਗਤੀ ਦੇ ਵਿੱਚ ਆ ਗਏ ਹੋ ਤੇ ਫਿਰ ਉਹਨਾਂ ਨੇ ਕਿਹਾ ਕਿ ਇਹਨੂੰ ਇੱਕ ਸਾਈਡ ਤੇ ਕਰ ਦਿਓ। ਇੱਕ ਇੱਕ ਵਚਨ ਫਰਮਾਇਆ ਉਹਨੇ ਪਿਆ ਕਿ ਜਗਤ ਭਾਵ ਪੈ ਲੱਜਾ ਛੋੜੋ, ਸੁਨ ਪਿਆਰੇ ਤੂੰ ਕਰ ਭਗਤੀ, ਜਾਤ ਵਰਨ ਪੈ ਲੱਜਾ ਤਿਆਗੋ, ਸੁਨ ਪਿਆਰੇ ਤੂੰ ਕਰ ਭਗਤੀ। ਕਿਉਂਕਿ ਜਦੋਂ ਅਸੀਂ ਭਗਤੀ ਮਾਰਗ ਤੇ ਤੁਰਦੇ ਹਾਂ, ਪਹਿਲਾਂ ਸਾਡਾ ਬੁੱਧ ਦਿਮਾਗ ਕੰਮ ਕਰਦਾ ਹੈ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਨਹੀਂ, ਅਸੀਂ ਤੇ ਐਸ ਵਰਨ ਦੇ ਵਿੱਚ ਹਾਂ, ਐਸ ਕੌਮ ਦੇ ਵਿੱਚ ਹਾਂ, ਅਸੀਂ ਦੂਸਰੀ ਕੌਮ ਦੇ ਵਿੱਚ ਕਿਉਂ ਜਾਈਏ, ਅਸੀਂ ਆਹ ਕਿਉਂ ਕਰੀਏ। ਅਸਲ 'ਚ ਇਹ ਕੌਮਾਂ ਮਜਮਾਂ ਕਿਹਨੇ ਬਣਾਈਆਂ? ਇਹ ਅਸੀਂ ਬਣਾਈਆਂ। ਇਹ ਰੁਕਾਵਟਾਂ ਸਾਡੇ ਵਾਸਤੇ ਨੇ। ਸੰਤ ਮਹਾਤਮਾ ਜਿਹੜੇ ਨੇ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ। ਉਹ ਹਰ ਇੱਕ ਹੀ ਜਾਤ ਪਾਤ ਉਹਨਾਂ ਨੇ ਕੋਈ ਨਹੀਂ ਦੇਖੀ, ਹਰ ਘਰ ਦੇ ਵਿੱਚ ਉਹਨਾਂ ਨੇ ਅਵਤਾਰ ਧਾਰ ਕੇ ਸਾਨੂੰ ਇਹੋ ਹੀ ਸਿੱਖਿਆ ਦਿੱਤੀ ਕਿ ਨਹੀਂ, ਇਹ ਸਾਡੇ ਬੰਧਨ ਪਾਏ ਨੇ। ਕਹਿੰਦੇ ਇਸ ਕਰਕੇ ਇਹਨਾਂ ਨੂੰ ਵੀ ਛੱਡੋ। ਅੱਗੇ ਫਰਮਾਇਆ ਸ਼ਤਰੂ ਮਿੱਤਰ ਡਰ ਦੂਰ ਹਟਾਓ, ਸੁਨ ਪਿਆਰੇ ਤੂੰ ਕਰ ਭਗਤੀ, ਮਾਤ ਪਿਤਾ ਡਰ ਛੋੜ ਗਵਾਓ, ਸੁਨ ਪਿਆਰੇ ਤੂੰ ਕਰ ਭਗਤੀ। ਹੁਣ ਦੇਖੋ, ਸ਼ਤਰੂ ਮਿੱਤਰ ਦੀ ਗੱਲ ਆਈ। ਕਿਸੇ ਵੇਲੇ ਅਸੀਂ ਜਦੋਂ ਚੱਲਣਾ ਹੁੰਦਾ ਏ, ਕਈ ਵਾਰੀ ਆਸ-ਪਾਸ ਨਜ਼ਰ ਮਾਰਦੇ ਹਾਂ ਕਿ ਯਾਰ ਮੇਰੇ ਮਿੱਤਰ ਕੀ ਕਹਿਣਗੇ, ਤੇਰੀ ਹਜੇ ਉਮਰ ਹੈ ਭਗਤੀ ਕਰਨ ਦੀ, ਤੂੰ ਕਿਹੜੇ ਪਾਸੇ ਪੈ ਗਿਆ। ਕਈ ਵਾਰੀ ਛੋਟੇ ਛੋਟੇ ਬੱਚੇ ਕਹਿਣਗੇ ਸਾਨੂੰ ਸਕੂਲਾਂ 'ਚ, ਜਦੋਂ ਅਸੀਂ ਕੋਈ ਇਸ ਤਰ੍ਹਾਂ ਗੱਲ ਕਰਦੇ ਹਾਂ ਤਾਂ ਸਾਨੂੰ ਕਹਿਣਗੇ ਲਓ ਜੀ ਇਹ ਬਾਬਾ ਜੀ ਆ ਗਏ ਕਿੱਧਰੋਂ। ਮਤਲਬ ਕੀ ਹੈ ਕਿ ਉਹ ਕਹਿਣਗੇ ਕਿ ਦੇਖੋ ਜੀ ਹਜੇ ਹੁਣੇ ਹੀ ਇਹ ਕਿਹੜੇ ਰਸਤੇ 'ਤੇ ਚੱਲ ਪਏ ਨੇ। ਇਹ ਸਾਰੇ ਬੰਧਨ ਨੇ ਸਾਡੇ। ਅਗਲੇ ਸਾਨੂੰ ਰੋਕਦੇ ਨੇ, ਕਹਿੰਦੇ ਕਿ ਬਈ ਇਹ ਟਾਈਮ 'ਤੇ ਖਾਣ ਪੀਣ ਦਾ, ਇਹ ਤੇ ਵਿਸ਼ੇ ਵਿਕਾਰ ਭੋਗਣ ਦਾ, ਤੁਸੀਂ ਕਿਹੜੇ ਪਾਸੇ ਲੱਗ ਗਏ। ਪਰ ਸਤਿਗੁਰਾਂ ਨੇ ਸਾਫ਼ ਹੀ ਕੀਤਾ ਕਿ ਬਈ ਤੂੰ ਸਭ ਕੁਝ ਛੱਡ, ਕਰ ਭਗਤੀ। ਹੁਣ ਜਿਹੜਾ ਅੱਗੇ ਵਚਨ ਫਰਮਾਇਆ ਮਾਤ ਪਿਤਾ ਡਰ ਛੋੜ ਗਵਾਓ, ਇਹ ਬੜੇ ਬੰਧਨ ਜਿਹੜੇ ਨੇ। ਹੁਣ ਦੇਖੋ, ਮਨ 'ਚ ਆਉਂਦਾ ਹੈ ਕਿ ਇਸ ਸੰਸਾਰ ਦੇ ਵਿੱਚ ਮਾਤਾ ਪਿਤਾ ਦਾ ਬਹੁਤ ਦਰਜਾ ਉੱਚਾ ਹੈ, ਲੇਕਿਨ ਮਾਤਾ ਪਿਤਾ ਵੀ ਇੱਕ ਇਨਸਾਨ ਨੇ। ਮਾਤਾ ਪਿਤਾ ਵੀ ਸਾਡੇ, ਜਿਸ ਤਰ੍ਹਾਂ ਅਸੀਂ ਪੰਜ ਤੱਤ ਦੇ ਹਾਂ, ਉਹ ਵੀ ਪੰਜ ਤੱਤ ਦੇ ਚੋਲੇ ਦੇ ਵਿੱਚ ਸਤਿਗੁਰਾਂ ਤੋਂ ਵੱਡਾ ਕੋਈ ਨਹੀਂ ਬਣ ਗਿਆ। ਹੁਣ ਇਹ ਚੀਜ਼ ਜਿਹੜੀ ਹੈ ਸੰਸਾਰੀ ਤੌਰ ਦੇ ਉੱਤੇ ਜਿਹੜੀ ਹੈ ਸਾਨੂੰ ਰੋਕਦੀ ਹੈ। ਮੈਨੂੰ ਯਾਦ ਹੈ, ਮੈਂ ਅੱਗੇ ਵੀ ਸ਼ਾਇਦ ਦੱਸਿਆ ਸੀ, ਇੱਕ ਵਾਰੀ ਗੁਰੂ ਮਹਾਰਾਜ ਜੀ ਦੇ ਨਾਲ ਕਿਤੇ ਸੇਵਾ ਦੇ ਵਿੱਚ ਗਏ। ਉੱਥੇ ਕਿਸੇ ਦੇ ਘਰ ਵਿੱਚ ਉੱਥੇ ਸਤਸੰਗ ਹੋ ਗਿਆ। ਬਾਅਦ 'ਚ ਬੈਠੇ ਘਰ ਵਾਲੇ, ਜਦੋਂ ਫੈਮਿਲੀ ਇਕੱਠੀ ਹੋਈ, ਲਾਸਟ 'ਤੇ ਪ੍ਰਸ਼ਾਦ ਲੈ ਰਹੇ ਸੀ ਅਤੇ ਜਿਹੜੇ ਘਰ ਦੇ ਬਜ਼ੁਰਗ ਸੀ, ਸੱਸ ਸੀ ਉਹਨਾਂ ਦੇ, ਉਹ 'ਚ ਲੜਕੀ ਦੀ, ਉਹ ਗੁਰੂ ਮਹਾਰਾਜ ਜੀ ਨੂੰ ਕਹਿਣ ਲੱਗੀ ਕਿ ਗੁਰੂ ਮਹਾਰਾਜ ਜੀ ਆਹ ਥੋੜ੍ਹੀ ਆ ਬੇਟੀ ਨੂੰ ਵੀ ਸਮਝਾਓ, ਨੂੰਹ ਨੂੰ ਵੀ। ਕਿਉਂਕਿ ਚਲੋ ਬੇਟੀ ਪਿਆਰ ਕਰਦੀ ਸੀ, ਉਹ ਜਿਸ ਤਰ੍ਹਾਂ ਇੱਕ ਚਾਅ ਹੁੰਦਾ ਆ, ਅਤੇ ਉਹਨੇ ਜਦੋਂ ਮਰਜ਼ੀ ਕਹਿਣਾ ਕਿ ਜਦੋਂ ਕੋਈ ਭੰਡਾਰਾ ਆਉਣਾ ਜਾਂ ਕੋਈ ਕਿਸੇ ਵੇਲੇ ਕੋਈ ਐਸਾ ਉਹਨੂੰ ਹੋਣਾ ਚਾਹ ਕਿ ਚਲੋ ਉਹਨੇ ਘੁੰਮਣ ਫਿਰਨ ਹੋਰ ਕਿਤੇ ਨੇ, ਉਹਨੇ ਕਹਿਣਾ ਕਿ ਮੈਨੂੰ ਜਦੋਂ ਟਾਈਮ ਲੱਗੇ ਮੈਨੂੰ ਡੇਰੇ ਮੱਥਾ ਟਿਕਾ ਲਿਆਓ, ਇੱਕ ਵਾਰ ਉੱਥੇ ਚੱਲਦੇ ਆ। ਹੁਣ ਘਰ ਵਾਲੇ ਸੀ ਉਹ ਥੋੜ੍ਹੇ ਹੋਰ ਤਰ੍ਹਾਂ ਦੇ ਸੀ, ਉਹਨਾਂ ਨੂੰ ਉਹ ਚੀਜ਼ ਅੱਛੀ ਨਹੀਂ ਸੀ ਲੱਗਦੀ। ਇਸ ਕਰਕੇ ਕਈ ਵਾਰੀ ਉਹਨੇ ਥੋੜ੍ਹੀ ਬਹੁਤੀ ਨੋਕ ਝੋਕ ਵੀ ਹੋ ਜਾਂਦੀ ਸੀ। ਹੁਣ ਉਹ ਕਹਿਣ ਲੱਗੀ, ਉਹਨਾਂ ਦੀ ਸੱਸ ਕਹਿਣ ਲੱਗੀ ਕਿ ਗੁਰੂ ਮਹਾਰਾਜ ਜੀ ਆਪਣੀ ਬੇਟੀ ਵੱਲੋਂ, ਨੂੰਹ ਵੱਲੋਂ, ਕਿ ਮਹਾਰਾਜ ਜੀ ਦਇਆ ਕਰੋ, ਇਹਨੂੰ ਵੀ ਥੋੜ੍ਹਾ ਸਮਝਾਓ। ਗੁਰੂ ਮਹਾਰਾਜ ਕਹਿੰਦੇ ਕੀ ਸਿੱਖੀ ਬੇਟੇ, ਕੀ ਗੱਲ ਹੈ? ਕਹਿੰਦੇ ਇਹਨੂੰ ਵੀ ਮਹਾਰਾਜ ਜੀ ਦੱਸੋ ਕਿ ਆਪਣੇ ਪਤੀ ਦਾ ਕਹਿਣਾ ਮੰਨਿਆ ਕਰੇ, ਪਤੀ ਪਰਮੇਸ਼ਵਰ ਹੁੰਦਾ ਹੈ, ਅਤੇ ਪਤੀ ਪਰਮੇਸ਼ਵਰ ਦਾ ਵੀ ਤਾਂ ਵਚਨ ਉਹੀ ਹੈ। ਗੁਰੂ ਮਹਾਰਾਜ ਫੋਨ ਲੱਗੇ, ਹਾਸੇ ਨਾਲ ਕਹਿਣ ਲੱਗੇ, ਮੈਂ ਕਹਿੰਦੇ ਬੇਟੀ ਹਾਂ ਬਿਲਕੁਲ ਠੀਕ ਹੈ ਬੇਟੀ, ਪਤੀ ਪਰਮੇਸ਼ਵਰ ਹੁੰਦਾ ਹੈ ਅਤੇ ਬੇਟੀ ਉਹਦੇ ਵਚਨ ਵੀ ਮੰਨਿਆ ਕਰ। ਅਤੇ ਉਦੋਂ ਤਾਂ ਗੁਰੂ ਮਹਾਰਾਜ ਨੇ ਕਹਿ ਦਿੱਤਾ। ਸਾਰਾ ਗੱਲਬਾਤ ਕਰਕੇ ਸਮਝਾ ਕੇ ਫਿਰ ਗੁਰੂ ਮਹਾਰਾਜ ਜੀ ਨੇ ਉਹਨਾਂ ਦੀ ਮੰਮੀ ਨੂੰ ਸੱਦ ਲਿਆ। ਗੁਰੂ ਮਹਾਰਾਜ ਫਰਮਾਉਣ ਲੱਗੇ ਕਿ ਬੇਟੇ ਇਹ ਪਰਮੇਸ਼ਵਰ ਜਿਹੜਾ ਕਿੱਥੋਂ ਤੱਕ ਰਕਸ਼ਾ ਕਰੇਗਾ ਸਾਡੀ, ਇਹ ਜਿਹੜਾ ਪਰਮੇਸ਼ਵਰ ਹੈ ਕਿੱਥੇ ਕਿੱਥੇ ਸਾਨੂੰ ਬਚਾਏਗਾ। ਜਦੋਂ ਸਤਿਗੁਰਾਂ ਨੇ ਇਹ ਵਚਨ ਕੀਤੇ, ਉਹਨੂੰ ਕੋਈ ਗੱਲ ਨਾ ਹੋਵੇ। ਗੁਰੂ ਮਹਾਰਾਜ ਫਰਮਾਉਣ ਲੱਗੇ ਕਿ ਬੇਟੇ ਇੱਕ ਰਿਸਪੈਕਟ ਹਰ ਨਾਤੇ ਦੇ ਵਿੱਚ ਉਹਨੂੰ ਕਰੋ, ਹਰ ਇੱਕ ਦਾ ਆਦਰ ਮਾਣ ਕਰੋ। ਪਰ ਜੇ ਅਸੀਂ ਕਹਿੰਦੇ ਹਾਂ ਕਿ ਉਸ ਪਰਮੇਸ਼ਵਰ, ਉਸ ਰੱਬ ਦੇ ਬਰਾਬਰ, ਤਾਂ ਉਹਨਾਂ ਨੇ ਕਿਹਾ ਨਹੀਂ। ਫਰੀਦ ਸਾਹਿਬ ਨੇ ਵੀ ਕਿਹਾ ਕਿ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤਾਂ ਮਿੱਠੀਆਂ, ਰੱਬ ਨਾ ਪੂਜਣ ਤੁਧ। ਰੱਬ ਦੇ ਉਸ ਦੇ ਬਰਾਬਰ ਨਹੀਂ ਕੁਛ ਹੈਗਾ। ਅਸੀਂ ਆਦਰ ਕਰੀਏ, ਜੋ ਮਰਜ਼ੀ ਕਰੀਏ, ਜਿੰਨਾ ਮਰਜ਼ੀ ਵੱਧ ਤੋਂ ਵੱਧ ਕਰੀਏ, ਪਰ ਜਿੱਥੇ ਗੁਰੂ ਦੀ ਗੱਲ ਆ ਗਈ, ਜਿੱਥੇ ਉਸ ਪਰਮਾਤਮਾ ਦੀ ਗੱਲ ਆ ਗਈ, ਉੱਥੇ ਅਸੀਂ ਸਾਰੇ ਫੇਲ ਹਾਂ। ਅਸੀਂ ਉਹਨਾਂ ਹੀ ਬੰਧਨਾਂ ਦੇ ਵਿੱਚ ਵੱਜੇ ਪਏ ਹਾਂ। ਇਸ ਕਰਕੇ ਉਹਨੇ ਫਰਮਾਇਆ ਕਿ ਮਾਤ ਪਿਤਾ ਡਰ ਛੋੜ ਗਵਾਓ, ਸੁਨ ਪਿਆਰੇ ਤੂੰ ਕਰ ਭਗਤੀ। ਅੱਗੇ ਫਰਮਾਇਆ ਜੋਰੂ ਲੜਕੇ ਮਤ ਡਰ ਇਨਸੇ, ਸੁਨ ਪਿਆਰੇ ਤੂੰ ਕਰ ਭਗਤੀ, ਭਾਈ ਭਤੀਜੋਂ ਕਾ ਡਰ ਮਤ ਕਰ, ਸੁਨ ਪਿਆਰੇ ਤੂੰ ਕਰ ਭਗਤੀ। ਇੱਕ ਇੱਕ ਦਾ ਨਾਤੇ ਦਾ ਨਾਮ ਲੈ ਕੇ ਕੀ ਸਮਝਾ ਕੇ ਰਹੇ ਨੇ ਕਿ ਨਿਕਲ ਇਹਦੇ ਵਿੱਚੋਂ। ਇਹ ਤੇਰੇ ਜਿਹੜੇ ਨੇ ਇਹ ਕੋਈ ਕਰਮਾਂ ਦੇ ਕਰਕੇ ਲੈਣਾ ਦੇਣਾ ਜੋ ਉਹਦੇ ਕਰਕੇ ਅਸੀਂ ਵੱਜੇ ਹਾਂ, ਪਰ ਇਹ ਇਹਨਾਂ ਕਰਕੇ ਅਸੀਂ ਇੱਥੇ ਹੀ ਵੱਜੇ ਰਹੀਏ, ਇਹ ਕੋਈ ਸਿਆਣਪ ਨਹੀਂ ਹੈਗੀ। ਫਿਰ ਅੱਗੇ ਫਰਮਾਇਆ ਕਿ ਸਾਸ ਸਸੁਰ ਡਰ ਮਨ ਸੇ ਛੋੜੋ, ਸੁਨ ਪਿਆਰੇ ਤੂੰ ਕਰ ਭਗਤੀ।
ਮੈਂ ਕਈ ਵਾਰ ਇਹ ਗੱਲ ਦੱਸਿਆ ਕਿ ਹੈ ਤਾਂ ਵੇਖੋ ਬਹੁਤ ਰਿਸਪੈਕਟ ਵਾਲੇ ਨੇ ਨਾ ਰਿਸ਼ਤੇ ਨਾਤੇ, ਪਰ ਸਤਿਗੁਰਾਂ ਨੇ ਕਿਉਂ ਰੱਦ ਕੀਤਾ? ਹੁਣ ਜੇ ਮੀਰਾ ਬਾਈ ਅੱਜ ਉਹਨਾਂ ਦਾ ਅਸੀਂ ਨਾਮ ਲੈਂਦੇ ਹਾਂ, ਠੀਕ ਹੈ ਨਾ, ਬਾਣੀ ਉਹਨਾਂ ਦੀ ਪੜ੍ਹਦੇ ਹਾਂ, ਹੁਣ ਉਹਨਾਂ ਦੇ ਵੀ ਪਰਿਵਾਰ ਦੇ ਜਿਸ ਤਰ੍ਹਾਂ ਸੀ, ਉਹਨਾਂ ਦੇ ਪਤੀ ਸੀ, ਉਹਨਾਂ ਦੇ ਸਸੁਰ ਸੀ, ਉਹਨਾਂ ਨੇ ਬੜਾ ਰੋਕਿਆ ਕਿ ਬਈ ਸਾਡਾ ਤੇ ਰਸਤਾ ਇਹ ਆ, ਅਸੀਂ ਇਸ ਤਰੀਕੇ ਨਾਲ, ਤੂੰ ਕਿਹਨੂੰ ਗੁਰੂ ਬਣਾ ਲਿਆ ਹੈ? ਤੂੰ ਨੀਵੀਂ ਜਾਤ ਵਾਲਿਆਂ ਨੂੰ ਗੁਰੂ ਬਣਾ ਲਿਆ ਹੈ, ਤੂੰ ਉਹਨਾਂ ਦੇ ਕੋਲ ਤੁਰੀ ਰਹਿੰਦੀ ਹੈ, ਸਾਡੀ ਬਦਨਾਮੀ ਹੁੰਦੀ ਹੈ, ਬੜੇ ਤਰ੍ਹਾਂ ਦੀਆਂ ਅੜਚਨਾਂ ਸ਼ੁਰੂ ਕੀਤੀਆਂ ਉਹਨਾਂ ਨੇ। ਪਰ ਜੇ ਅਸੀਂ ਦੇਖੀਏ ਕਿ ਜੇ ਉਹ ਰੁਕ ਜਾਂਦੇ ਤੇ ਅੱਜ ਉਹਨਾਂ ਨੂੰ ਇਸ ਤਰੀਕੇ ਨਾਲ ਯਾਦ ਕੀਤਾ ਜਾਣਾ ਸੀ। ਹੁਣ ਅੱਜ ਉਹਨਾਂ ਦਾ ਪਤਾ ਨਹੀਂ ਹੈ ਕਿ ਕਿਹੜੇ ਮਾਤਾ ਪਿਤਾ ਪਤੀ ਕੋਈ ਕੀ ਉਹਨਾਂ ਦਾ, ਪਰ ਅੱਜ ਵੀ ਉਹਨਾਂ ਨੂੰ ਇੱਕ ਆਦਰ ਨਾਲ ਯਾਦ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਨੇ ਭਗਤੀ ਕੀਤੀ। ਭਗਤੀ ਦੇ ਵਿੱਚ ਕੋਈ ਵੀ ਜਿਹੜੀ ਅੜਚਨ ਹੈ, ਕੋਈ ਵੀ ਆਉਂਦੀ, ਉਹ ਕਹਿੰਦੇ ਉਹਨੂੰ ਪਰੇ ਕਰਕੇ ਰੱਖ ਦਵੋ ਜੇ ਤੁਸੀਂ ਭਗਤੀ ਕਰਨਾ ਚਾਹੁੰਦੇ ਹੋ। ਜੇ ਭਗਤੀ ਨਹੀਂ ਕਰਨਾ ਚਾਹੁੰਦੇ ਫਿਰ ਇੱਕ ਅਲੱਗ ਗੱਲ ਹੈ, ਫਿਰ ਅਸੀਂ ਜੋ ਮਰਜ਼ੀ ਕਰੀਏ, ਪਰ ਜਦੋਂ ਅਸੀਂ ਭਗਤੀ ਵਾਲਾ ਨਾਮ ਲੈ ਲਿਆ ਫਿਰ ਕੋਈ ਵੀ ਰੁਕਾਵਟ ਜਿਹੜੀ ਹੈ ਉਹਨੂੰ ਸਾਈਡ ਤੇ ਰੱਖ ਦਿਓ। ਅੱਗੇ ਫਰਮਾਇਆ ਕਿ ਬਹੁ ਜਮਾਈ ਇਨਕਾ ਡਰ ਤਜ, ਸੁਨ ਪਿਆਰੇ ਤੂੰ ਕਰ ਭਗਤੀ, ਯਾਰ ਆਸ਼ਨਾ ਸਭ ਡਰ ਛੋੜੋ, ਸੁਨ ਪਿਆਰੇ ਤੂੰ ਕਰ ਭਗਤੀ। ਹੁਣ ਇਹ ਰਿਸ਼ਤੇ ਨਾਤੇ ਨੇ ਬੜੇ ਪਿਆਰੇ ਨੇ। ਗੁਰੂ ਮਹਾਰਾਜ ਇੱਕ ਸਾਸਨ 'ਚ ਫਰਮਾਇਆ ਸੀ ਕਿ ਗੁਰੂ ਦਾ ਬਚਨ, ਅਸੀਂ ਇਹਨਾਂ ਚੀਜ਼ਾਂ ਕਰਕੇ ਗੁਰੂ ਦਾ ਬਚਨ ਲੰਘ ਜਾਂਦੇ ਹਾਂ। ਸਤਿਗੁਰਾਂ ਨੇ ਹੁਕਮ ਲਗਾਇਆ ਹੁੰਦਾ ਹੈ, ਕਈ ਵਾਰੀ ਮੈਨੂੰ ਯਾਦ ਹੈ, ਕਈ ਵਾਰੀ ਸੰਗਤ ਦੱਸੇਗੀ ਕਿ ਬਈ ਸਾਨੂੰ ਗੁਰੂ ਮਹਾਰਾਜ ਜੀ ਨੇ ਆਹ ਹੁਕਮ ਲਗਾਇਆ ਸੀ ਕਿ ਇਸ ਦਿਨ ਡੇਰੇ ਜ਼ਰੂਰ ਆਉਣਾ ਹੈ, ਇਸ ਦਿਨ ਜਿਹੜਾ ਆ ਟਾਈਮ ਕੱਢ ਕੇ ਸੇਵਾ ਜ਼ਰੂਰ ਕਰਨੀ ਹੈ। ਉਹ ਕਈ ਵਾਰੀ ਕਹਿਣਗੇ ਉਹ ਨਾ ਸਾਡੇ ਰਿਸ਼ਤੇਦਾਰ ਆ ਗਏ ਸੀ ਨਾ, ਇਸ ਕਰਕੇ ਮਹਾਰਾਜ ਜੀ ਸੇਵਾ ਰਹਿ ਗਈ। ਬਈ ਰਿਸ਼ਤੇਦਾਰ ਉਹਦੇ ਨਾਲ ਹੁਕਮ ਨਾਲੋਂ ਵੱਡੇ ਹੋ ਗਏ। ਫਿਰ ਜਿੱਥੇ ਬਈ ਸਤਿਗੁਰਾਂ ਨੇ ਖੜੇ ਹੋਣਾ, ਜਿੱਥੇ ਉਹਨਾਂ ਨੇ ਮਦਦ ਕਰਨੀ ਹੈ, ਉੱਥੇ ਇਹਨਾਂ ਨੇ ਜੇ ਕਰਨੀ ਨਹੀਂ ਤੇ ਫਿਰ ਅਸੀਂ ਕਿਉਂ ਲੋਕ ਲਾਜ ਅਸੀਂ ਰੱਖੀਏ? ਸਭ ਨੂੰ ਠੀਕ ਹੈ ਉਹ ਪਿਆਰ ਕਰੀਏ, ਪਰ ਜਿੱਥੇ ਗੁਰੂ ਦਾ ਬਚਨ ਆ ਗਿਆ ਉੱਥੇ ਨਹੀਂ। ਜਦੋਂ ਅਸੀਂ ਇੰਨੇ ਪੱਕੇ ਹੋ ਜਾਵਾਂਗੇ ਫਿਰ ਸਾਨੂੰ ਭਗਤੀ ਦਾ ਪਤਾ ਲੱਗੇਗਾ। ਫਿਰ ਅਸੀਂ ਜਿਹੜਾ ਗੁਰੂ ਮਹਾਰਾਜ ਨੇ ਬਚਨ ਫਰਮਾਇਆ ਸੀ ਕਿ ਅਸੀਂ ਜ਼ਮੀਨ ਤੋਂ 2-2 ਫੁੱਟ ਉੱਪਰ ਰਵਾਂਗੇ, ਉਹ ਫਿਰ ਪਤਾ ਲੱਗੇਗਾ। ਹਜੇ ਸਾਡੀ ਕਰਨੀ ਤੇ ਜਿਹੜੀ ਦੁਨੀਆ ਦੀ ਕਰਨੀ ਇੱਕੋ ਹੀ ਹੈ। ਕਈ ਤਰ੍ਹਾਂ ਦੇ ਭਰਮਾਂ ਦੇ ਵਿੱਚ ਅਸੀਂ ਫਸੇ ਹਾਂ। ਉਹਨੇ ਫਰਮਾਇਆ ਕਿ ਇਹ ਤਨ ਦੁਰਲਭ ਤੁਮਨੇ ਪਾਇਆ, ਕੋਟ ਜਨਮ ਭਟਕਾ ਜਬ ਖਾਇਆ। ਸਵਾਮੀ ਜੀ ਨੇ ਫਰਮਾਇਆ है कि ये तन तुमने दुर्लभ पाया, कोट जन्म भटका जब खाया, अब जाको बिरथा मत खोवो, चेतो छिन छिन भगती कमावो। उन्हें क्या कि बई ये देह जी मिली है ये भगती वास्ते मिली है, चेतो छिन छिन भगती। पता नहीं किन्ने जन्म हो गए ने 84 च घूमदे तो जे बई ये समझ लग गई है तो सतगुरां ने वो रस्ता बना दिता है, मौका मिल गया है, तो फिर भगती कर। तो उन्हें फरमाया कि चेतो छिन छिन भगती कमावो। लेकिन हुण भगती कमाउणी किहदी है? ਜਿਹੜਾ ਪਹਿਲਾਂ ਉਹਨੇ ਸਵਾਲ ਆਇਆ ਸੀ ਕਿ ਭਗਤੀ ਤੇ ਅਸੀਂ ਸਾਰੇ ਕਰਦੇ ਪਏ ਹਾਂ, ਪਰ ਉਹਨਾਂ ਨੇ ਆਪ ਹੀ ਉਸ ਚੀਜ਼ ਦਾ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਭਗਤ ਕਰੋ ਤਾਂ ਗੁਰ ਕੀ ਕਰਨਾ, ਮਾਰਗ ਸ਼ਬਦ ਗੁਰੂ ਤੇ ਲੈਣਾ। ਹੁਣ ਸਾਫ਼ ਹੀ ਕਰ ਦਿੱਤਾ ਕਿ ਭਗਤੀ ਕਿਹਦੀ ਕਰਨੀ ਹੈ, ਭਗਤ ਕਰੋ ਤਾਂ ਗੁਰ ਕੀ ਕਰਨਾ। ਹੁਣ ਅਸੀਂ ਭਗਤੀ ਸੰਸਾਰ ਦੀ ਕਰਦੇ ਹਾਂ, ਭਗਤੀ ਰਿਸ਼ਤੇ ਨਾਤਿਆਂ ਦੀ ਕਰਦੇ ਹਾਂ, ਤੇ ਲਾਂਭੇ ਜਿਹੜੇ ਗੁਰੂ ਨੂੰ ਦਿੰਦੇ ਹਾਂ, ਪਿਆਰ ਉਹਦੇ ਨਾਲ ਕਰਦੇ ਹਾਂ, ਠੀਕ ਹੈ ਨਾ। ਫਿਰ ਬੇਟੀ ਕਿਸ ਤਰ੍ਹਾਂ ਗੱਲ ਚੱਲੇਗੀ? ਇਹ ਨਹੀਂ ਗੱਲ ਨਹੀਂ ਬਣੇਗੀ। ਹੁਣ ਫਰਮਾਇਆ ਭਗਤ ਕਰੋ ਤਾਂ ਗੁਰ ਕੀ ਕਰਨਾ ਹੈ। ਕਿ ਫਰਮਾਇਆ ਬਿਨ ਗੁਰੂ ਔਰ ਨਾ ਪੂਜੋ ਕੋਈ, ਦਰਸ਼ਨ ਕਰ ਗੁਰੂ ਪਦ ਨਿਤ ਸੇਈ, ਗੁਰੂ ਪੂਜਾ ਮੈਂ ਸਭ ਕੀ ਪੂਜਾ, ਜਸ ਸਮੁੰਦਰ ਸਭ ਨਦੀ ਸਮਾਜਾ। ਜਿਸ ਤਰ੍ਹਾਂ ਸਾਰੀਆਂ ਨਦੀਆਂ ਉਹ ਸਮੁੰਦਰ ਦੇ ਵਿੱਚ ਸਮਾ ਜਾਂਦੀਆਂ ਨੇ, ਇਸੇ ਤਰ੍ਹਾਂ ਕਹਿੰਦੇ ਕਿ ਗੁਰੂ ਦੀ ਪੂਜਾ ਦੇ ਵਿੱਚ ਸਾਰੀਆਂ ਪੂਜਾ ਆ ਜਾਂਦੀਆਂ ਨੇ। ਪਰ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਸਮਝ ਨਹੀਂ ਹੁੰਦੀ। ਚਲੋ ਜੇ ਜਦੋਂ ਸਮਝ ਨਹੀਂ ਉਦੋਂ ਕੋਈ ਗੱਲ ਨਹੀਂ, ਜਦੋਂ ਤੱਕ ਅਸੀਂ ਉਸ ਕਲਾਸ 'ਚ ਨਹੀਂ ਪਹੁੰਚੇ ਉਦੋਂ ਤੱਕ ਕੋਈ ਦੋਸ਼ ਨਹੀਂ ਹੈਗਾ। ਪਰ ਜਦੋਂ ਸਾਨੂੰ ਪਤਾ ਚੱਲ ਗਿਆ ਫਿਰ ਸਤਿਗੁਰਾਂ ਨੇ ਫਰਮਾਉਣਾ ਕਿ ਬਈ ਇੱਕ ਪਾਸੇ ਹੋ ਜਾਈਏ। ਸਤਿਗੁਰਾਂ ਨੇ ਆਪਣੇ ਜੀਵਨ ਬਾਰੇ ਕਈ ਵਾਰੀ ਦੱਸਣਾ ਕਿ ਬਈ ਜਦੋਂ ਟਾਈਮ ਦੇ ਨਾਲ ਉਹ ਚੀਜ਼ਾਂ ਚੱਲਦੀਆਂ ਸੀ ਠੀਕ ਸੀ, ਪਰ ਜਦੋਂ ਸਾਨੂੰ ਪੂਰੇ ਸਤਿਗੁਰੂ, ਜਿਸ ਤਰ੍ਹਾਂ ਬੱਚੇ ਨੇ, ਛੋਟੀਆਂ ਬੇਟੀਆਂ ਹੁੰਦੀਆਂ ਨੇ, ਉਹ ਛੋਟੇ ਹੁੰਦੀਆਂ ਗੁੱਡੀਆਂ ਨਾਲ ਖੇਲਦੀਆਂ ਨੇ, ਉਹਨਾਂ ਨੂੰ ਬੜਾ ਸਜਾਉਂਦੀਆਂ ਨੇ, ਉਹਨਾਂ ਦੀਆਂ ਪੋਸ਼ਾਕਾਂ, ਉਹਨਾਂ ਨੂੰ ਕਈ ਕੁਛ ਉਹਨਾਂ ਦੇ ਕਰਦੀਆਂ ਨੇ, ਉਹਨਾਂ ਦੇ ਮੇਕਅਪ ਕਰਦੀਆਂ ਨੇ। ਉਹਦੇ ਵਿੱਚ ਉਹਨਾਂ ਨੇ ਇੱਕ ਦੂल्हा ਬਣਾਇਆ ਹੁੰਦਾ ਹੈ, ਉਹਦੇ ਨਾਲ ਵਿਆਹ ਵੀ ਸਭ ਕੁਛ ਗੱਲਾਂ ਬਾਤਾਂ ਕਰਦੀਆਂ ਨੇ। ਪਰ ਕਹਿੰਦੇ ਕਿ ਜਦੋਂ ਉਹੀ ਲੜਕੀ ਵੱਡੀ ਹੋ ਜਾਂਦੀ ਹੈ, ਜਵਾਨ ਹੋ ਜਾਂਦੀ ਹੈ, ਜਦੋਂ ਇੱਕ ਮਾਤਾ ਪਿਤਾ ਉਹਦਾ ਕਰਕੇ ਉਹਦਾ ਵਿਆਹ ਕਰ ਦਿੰਦੇ ਨੇ, ਉਹਨੂੰ ਆਪਣਾ ਅਸਲ ਜਿਹੜਾ ਪਤੀ ਮਿਲ ਜਾਂਦਾ ਹੈ, ਫਿਰ ਕਹਿੰਦੇ ਸਭ ਗੁੱਡੀਆਂ ਛੁੱਟ ਜਾਂਦੇ ਨੇ। ਜਦੋਂ ਗੁਰੂ ਮਿਲ ਗਿਆ ਕਿ ਗੁਰੂ ਪੂਜਾ ਮੈਂ ਸਭ ਕੀ ਪੂਜਾ, ਜਿਸ ਤਰ੍ਹਾਂ ਸਾਰੀਆਂ ਨਦੀਆਂ ਸਮੁੰਦਰ 'ਚ ਸਮਾ ਜਾਂਦੀਆਂ ਨੇ ਤੇ ਸਮਾ ਕੇ ਬਸ ਉੱਥੇ ਇੱਕੋ ਸਮੁੰਦਰ ਰੂਪ ਹੋ ਜਾਂਦੀਆਂ ਨੇ, ਇਸੇ ਤਰ੍ਹਾਂ ਹੀ ਸਭ ਪੂਜਾ ਹਾਥੀ ਕੇ ਪਾਉ ਮੈਂ ਸਭ ਕਾ ਪਾਉ।
ਉਹਦੇ ਵਿੱਚ ਹੀ ਸਭ ਕੁਝ ਆ ਜਾਣਾ। ਕਿ ਫਰਮਾਇਆ, ਗੁਰੂ ਪੂਜਾ में सबकी पूजा, जस समुंदर सब नदी समाजा, देवी देवा ईश महेशा, सूरज शेष और गौर गणेशा, ब्रह्म और पार ब्रह्म सतनामा, तीन लोक और चौथा धामा। ਸਾਰਿਆਂ ਦਾ ਉਹਨੇ ਕਹਿ ਦਿੱਤਾ। ਕੋਈ ਦੇਵੀ ਦੇਵਤੇ ਕਹਿੰਦੇ ਕਿ ਸਾਰੇ ਹੀ ਉਹਦੇ ਗੁਰੂ ਦੀ ਪੂਜਾ ਦੇ ਵਿੱਚ ਹੀ ਆ ਗਏ। ਅੱਗੇ ਉਹਨੇ ਫਰਮਾਇਆ ਕਿ ਗੁਰੂ ਸੇਵਾ में सबकी सेवा, रंचक भरम ना मानो पेवा, गुरमुख होए गुरु आज्ञा वरते, गुर वरती एक छिन में तरते। ਕਹਿੰਦੇ ਰੰਚਕ ਵੀ ਇੱਕ ਮਨ ਦੇ ਵਿੱਚ ਇੰਨਾ ਨਾ ਰੱਖੀਏ। ਮਨ ਦੇ ਵਿੱਚ ਸਾਡੇ ਕਈ ਵਾਰੀ ਹੁੰਦਾ ਹੈ ਕਿ ਅਸੀਂ ਨਾਮ ਤੇ ਲੈ ਲਿਆ, ਪਰ ਮਹਾਰਾਜ ਜੀ ਆਹ ਚੀਜ਼ ਐਸੀ ਵੀ ਨਹੀਂ। ਜਦੋਂ ਅਸੀਂ ਚੱਲ ਹੀ ਪਏ ਉਸ ਰਸਤੇ ਤੇ, ਫਿਰ ਐ ਮਸਤਾਨੇ ਵਾਰ ਡਾਵਾਂ ਡੋਲੀ ਛੱਡ ਕੇ, ਜੇ ਡਾਵਾਂ ਡੋਲੀ ਹੀ ਰੱਖੀ ਤੇ ਫਿਰ ਕਾਹਦੀ। ਫਿਰ ਉਹਨੇ ਕਹਿਣਾ ਕਿ ਗੁਰ ਵਰਤੀ ਇੱਕ ਛਿਨਵੇਂ ਤਰਤੇ। ਜਿਹੜਾ ਗੁਰਵਰਤੀ, ਜਿਸ ਤਰ੍ਹਾਂ ਇੱਕ ਪਤੀਵਰਤਾ ਔਰਤ ਹੁੰਦੀ ਹੈ, ਠੀਕ ਹੈ ਨਾ, ਇਸੇ ਤਰ੍ਹਾਂ ਗੁਰੂਵਰਤੀ ਜਿਹੜਾ ਸਿੱਖ ਹੈ, ਉਹਦੇ ਕੋਲ ਕਿਹੜੀ ਰੁਕਾਵਟ ਹੈ, ਉਹਨੂੰ ਕਾਹਦਾ ਡਰ ਹੈ। ਕਈ ਵਾਰ ਅਸੀਂ ਸਭ ਕੁਛ ਚੱਲ ਕੇ, ਬੜੇ ਬੜੇ ਪੁਰਾਣੇ ਸੰਗੀ ਵੀ ਕਈ ਵਾਰੀ ਇਹ ਗੱਲ ਕਰ ਲੈਂਦੇ ਨੇ ਕਿ ਬਾਕੀ ਤਾਂ ਠੀਕ ਹੈ, ਇੱਕ ਸੁਖਣਾ ਸੁੱਖੀ ਸੀ, ਸੁਖਣਾ ਲਾਈਏ। ਹਜੇ ਇਹਨੂੰ ਇਸ ਚੀਜ਼ ਦਾ ਵਿਸ਼ਵਾਸ ਹੀ ਨਹੀਂ ਬਣਿਆ ਇਹਨੂੰ ਕਿ ਇਹਨੂੰ ਇਹਦੀਆਂ ਮੁਰਾਦਾਂ ਪੂਰੀਆਂ ਕਰਨ ਵਾਲੀ ਕਿਹੜੀ ਤਾਕਤ ਹੈ। ਇਹਦੇ ਮਨ ਚੋਂ ਜੇ ਡਰ ਹੀ ਨਹੀਂ ਮੁੱਕਿਆ ਕਿ ਜੇ ਮੈਂ ਸੁਖਣਾ ਨਾ ਪੂਰੀ ਕੀਤੀ, ਪਤਾ ਨਹੀਂ ਕੀ ਹੋ ਜਾਣਾ, ਕਿੰਨੇ ਮੈਨੂੰ ਕੀ ਕਰ ਦੇਣਾ। ਇਹਨੂੰ ਗੁਰੂ ਤੇ ਮਾਣ ਹੀ ਨਹੀਂ ਆਇਆ। ਜਦੋਂ ਤੱਕ ਸਾਡੀ ਇੰਨੀ ਡਾਵਾਂ ਡੋਲੀ ਚੱਲ ਰਹੀ ਹੈ ਤੇ ਅਸੀਂ ਕਿਸ ਤਰ੍ਹਾਂ ਪਾਰ ਜਾਵਾਂਗੇ। ਅਸੀਂ ਫਿਰ ਉਹ ਭਗਤੀ ਵਾਲਾ ਜਿਹੜਾ ਮਜ਼ਾ ਨਹੀਂ ਲੈ ਸਕਦੇ। ਉਹਨੇ ਫਰਮਾਇਆ ਕਿ ਬਈ ਗੁਰਮੁਖ ਹੋਏ ਗੁਰੂ ਆਗਿਆ ਵਰਤੇ, ਗੁਰ ਵਰਤੀ ਇੱਕ ਛਿਨਵੇਂ ਤਰਤੇ। ਜਿਹੜਾ ਗੁਰਮੁਖ ਹੈ ਉਹ ਗੁਰੂ ਦੀ ਆਗਿਆ 'ਚ ਰਹਿੰਦਾ। ਜੋ ਮਰਜ਼ੀ ਦੁਨੀਆ ਕਹਿੰਦੀ ਰਹੇ, ਅਸੀਂ ਦੁਨੀਆ ਤੋਂ ਕੀ ਲੈਣਾ। ਕੋਈ ਖੁਸ਼ ਹੋਵੇ, ਕੋਈ ਨਾਰਾਜ਼ ਹੋਵੇ, ਨਾ ਕਿਸੇ ਦੀ ਖੁਸ਼ੀ ਸਾਨੂੰ ਕੋਈ ਦੇ ਸਕਦੀ ਹੈ, ਨਾ ਕਿਸੇ ਦੀ ਨਾਰਾਜ਼ਗੀ ਸਾਨੂੰ ਦੇ ਸਕਦੀ ਹੈ ਕੁਛ। ਅੱਗੇ ਫਰਮਾਇਆ ਉਹਨਾਂ ਨੇ, ਤਾਂ ਤੇ ਬਾਰ ਬਾਰ ਸਮਝਾऊं, ਗੁਰ ਕੀ ਭਗਤੀ ਛਿਨ ਛਿਨ ਗਾऊं, ਗੁਰੂ ਮਹਿਮਾ ਮੈਂ ਕਹਾਂ ਲਗ ਗਾऊं, ਗੁਰੂ ਸਮਾਨ ਕੋਈ ਔਰ ਨਾ ਪਾऊं। ਕਹਿੰਦੇ ਗੁਰੂ ਦੀ ਮਹਿਮਾ ਮੇਰੀ ਇਹ ਜ਼ੁਬਾਨ ਕਰ ਹੀ ਨਹੀਂ ਸਕਦੀ। ਬੜੀ ਵਾਰੀ ਅਸੀਂ ਸਾਸੰਗ 'ਚ ਬਚਨ ਸੁਣੇ ਨੇ ਕਿ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਜਿਹਾ ਮੈਂ ਨਾਹੀ ਹੋਰ, ਗੁਰੂ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮੇਟੇ ਦਾਤ। ਗੁਰੂ ਪਰਮੇਸ਼ਵਰ ਇੱਕੋ ਜਾਣ, ਜੋ ਤਿਸ ਭਾਵੇ ਸੋ ਪ੍ਰਵਾਨ। ਉਸ ਘਰ ਦੇ ਵਿੱਚ ਕੌਣ ਪ੍ਰਵਾਨ ਹੋਏਗਾ ਜਿਹਦੇ ਮਨ ਦੇ ਵਿੱਚ ਜਰਾ ਜਿੰਨਾ ਵੀ ਭੇਤ ਨਾ ਰਹਿ ਜਾਵੇ ਕਿ ਗੁਰੂ ਤੇ ਪਰਮੇਸ਼ਵਰ ਵੱਖਰਾ ਹੈ। ਲੇਕਿਨ ਜੇ ਇਹਨੂੰ ਗੁਰੂ ਤੋਂ ਵੱਡਾ ਕੁਛ ਵੀ ਲੱਗ ਰਿਹਾ ਹੈ, ਕੋਈ ਵੀ ਨਾਤਾ, ਕੋਈ ਵੀ ਚੀਜ਼ ਇਹਨੂੰ ਗੁਰੂ ਤੋਂ ਵੱਡੀ ਲੱਗ ਰਹੀ ਹੈ, ਤੇ ਇਹਦਾ ਮਤਲਬ ਕਿ ਹਜੇ ਇਹ ਪੂਰਾ ਸਿੱਖ ਨਹੀਂ ਬਣਿਆ, ਹਜੇ ਉਹ ਚੀਜ਼ ਇਹਦੇ ਤੋਂ ਦੂਰ ਰਹੇਗੀ। ਜਦੋਂ ਇੰਨਾ ਭਰੋਸਾ ਆ ਗਿਆ, ਫਿਰ ਬਈ ਇਹ ਜਿੱਧਰ ਜਾ, ਗੁਰਮਾ ਨੇ ਕਈ ਵਾਰ ਵਚਨ ਫਰਮਾਏ ਕਿ ਬਈ ਯਮਰਾਜ ਵੀ ਇਹਦਾ ਰਸਤਾ ਨਹੀਂ ਰੋਕ ਸਕਦਾ, ਯਮ ਦੇ ਸਿਰ ਤੇ ਪੈਰ ਰੱਖ ਕੇ ਅੱਗੇ ਲੰਘਦਾ ਜਾਏਗਾ। ਫਰਮਾਇਆ ਉਹਨਾਂ ਨੇ ਕਿ ਗੁਰੂ ਅਸਤਤ ਹੈ ਸਬਜ ਮਤ ਮਾਹੀ, ਗੁਰੂ ਸੇ ਬੇਮੁਖ ਠੌਰ ਨਾ ਪਾਈ। ਕਹਿੰਦੇ ਹਰ ਇੱਕ ਮੱਤ ਦੇ ਵਿੱਚ ਗੁਰੂ ਦੀ ਉਸਤਤ ਕੀਤੀ ਗਈ ਹੈ ਤੇ ਗੁਰੂ ਤੋਂ ਬਗੈਰ ਇਹਨੂੰ ਕੋਈ ਠੌਰ ਨਹੀਂ ਹੈ ਕਿਤੇ ਵੀ। ਪਰ ਅਸੀਂ ਉਸ ਚੀਜ਼ ਨੂੰ ਸਮਝਿਆ ਨਾ। ਨਕਲ, ਉਹਨੇ ਕਿਹਾ ਕਿ ਨਕਲੀ ਮੰਦਰ ਮਸਜਿदों में जाए सद अफसोस है, आ रही तुर से सदा तेरे बुलाने के लिए। ਜਦੋਂ ਸਾਨੂੰ ਵਿਸ਼ਵਾਸ ਭਰੋਸਾ ਹੀ ਨਹੀਂ ਬਣਦਾ ਤੇ ਕਿਸ ਤਰ੍ਹਾਂ ਗੱਲ ਬਣੇ। ਅਸੀਂ ਨਕਲ ਕਰਕੇ ਉਹ ਕਦੋਂ ਤੱਕ ਨਕਲ ਚੱਲੇਗੀ। ਜਿਸ ਤਰ੍ਹਾਂ ਲੈਲਾ ਮਜਨੂ ਦਾ ਸੀ, ਤੇ ਹੁਣ ਉਹਦੇ ਪਿਤਾ ਨੇ, ਮਜਨੂ ਲੈਲਾ ਦੇ ਪਿਤਾ ਨੇ ਆਪਣੇ ਬੱਚੇ ਦੀ ਖੁਸ਼ੀ ਵਾਸਤੇ ਇੱਕ ਟਾਈਮ ਤੇ ਉਹਨੇ ਕਿਹਾ ਕਿ ਬਈ ਚਲੋ ਬਹੁਤ ਇਹਨਾਂ ਦਾ ਇੱਕ ਨਾਤਾ ਹੈ, ਤੇ ਉਹਨੇ ਕੀ ਆਪਣੇ ਸਾਰੇ ਸ਼ਹਿਰ ਦੇ ਵਿੱਚ ਢੰਡੋਰਾ ਪਟਵਾ ਦਿੱਤਾ ਕਿ ਬਈ ਮਜਨੂ ਕੁਛ ਵੀ ਕਿਸੇ ਦੁਕਾਨ ਤੋਂ ਖਾਵੇ ਪੀਵੇ, ਕੋਈ ਸਮਾਨ ਲਵੇ, ਕੋਈ ਪੈਸਾ ਲਵੇ, ਉਹਦੇ ਕੋਲ ਕਿਸੇ ਨੇ ਕੋਈ ਹਿਸਾਬ ਕਿਤਾਬ ਨਹੀਂ ਮੰਗਣਾ, ਉਹਦਾ ਜੋ ਵੀ ਹਿਸਾਬ ਕਿਤਾਬ ਰਾਜਾ ਕਹਿੰਦਾ ਮੈਂ ਕਰਾਂਗਾ। ਕੀਤਾ ਉਹਨੇ ਆਪਣੇ ਉਹਦੀ ਖੁਸ਼ੀ ਵਾਸਤੇ, ਸਾਰੇ ਸ਼ਹਿਰ 'ਚ ਢੰਡੋਰਾ ਕਰਵਾ ਦਿੱਤਾ। ਅਗਲੇ ਦਿਨ ਹੀ ਜਦੋਂ ਲੋਕਾਂ ਨੂੰ ਆਮ ਪਤਾ ਲੱਗਾ ਤੇ ਮਜਨੂਆਂ ਦੀ ਭੀੜ ਇਕੱਠੀ ਸ਼ੁਰੂ ਹੋਣੀ ਹੋ ਗਈ। ਸ਼ਹਿਰ ਵਾਲੇ ਰਲ ਕੇ, ਦੁਕਾਨਾਂ ਵਾਲੇ ਸਭ ਆਏ ਰਾਜੇ ਪਾਸ ਕਿ ਬਈ ਕਹਿਣ ਲੱਗੇ ਕਿ ਮਹਾਰਾਜ ਜੀ ਮਜਨੂ 1 2 4 10 ਤੇ ਹੋ ਸਕਦੇ ਆ, ਇੱਥੇ ਤੇ ਹਜ਼ਾਰਾਂ ਹੀ ਮਜਨੂ ਤੁਰੇ ਫਿਰਦੇ ਨੇ, ਦੁਕਾਨਾਂ ਖਾਲੀਆਂ ਹੋ ਰਹੀਆਂ ਨੇ, ਸਭ ਕੁਛ ਏਦਾਂ ਹੋ ਰਿਹਾ ਹੈ। ਉਹ ਬੜੇ ਹੈਰਾਨ ਹੋ ਕਹਿਣ ਲੱਗੇ ਕਿ ਬਈ ਕੋਈ ਗੱਲ ਨਹੀਂ, ਮੈਂ ਤੁਹਾਨੂੰ ਲੈਲਾ ਨਾਲ ਗੱਲ ਕਰਕੇ ਦੱਸਾਂਗਾ।
ਉਹਨੂੰ ਬੇਟੀ ਨੂੰ ਪੁੱਛਿਆ, ਬੇਟੇ ਮਜਨੂੰ ਕਿੰਨੇ ਕੁ ਹੈਗੇ ਨੇ? ਉਹ ਕਹਿਣ ਲੱਗੀ, ਕਿਉਂ ਪਿਤਾ ਜੀ ਕੀ ਗੱਲ ਹੈ? ਉਹਨਾਂ ਨੇ ਸਾਰੀ ਗੱਲ ਦੱਸੀ। ਕਹਿੰਦੇ ਕਿ ਇਸ ਤਰ੍ਹਾਂ ਆਹ ਗੱਲਬਾਤ ਹੈ। ਉਹ ਕਹਿਣ ਲੱਗੇ ਕਿ ਬੇਟੀ ਪਿਤਾ ਜੀ ਕੋਈ ਗੱਲ ਨਹੀਂ, ਸਵੇਰੇ ਸਭ ਠੀਕ ਹੋ ਜਾਏਗਾ। ਕਹਿੰਦੇ ਇੱਕ ਕੰਮ ਕਰੋ ਕਿ ਜਿਸ ਤਰ੍ਹਾਂ ਪਹਿਲਾਂ ਇੱਕ ਵਾਰੀ ਸਾਰੇ ਢੰਡੋਰਾ ਕਰਵਾਇਆ ਸੀ, ਇੱਕ ਵਾਰੀ ਹੁਣ ਫੇਰ ਇੱਕ ਵਾਰੀ ਕਰੋ ਅਤੇ ਇਹ ਢੰਡੋਰਾ ਕਰ ਦਿਓ, ਹਰ ਇੱਕ ਤੱਕ ਇਹ ਖਬਰ ਪਹੁੰਚ ਜਾਏ, ਹਰ ਇੱਕ ਮਜਨੂੰ ਤੱਕ, ਕਿ ਬਈ ਕਿ ਸਵੇਰੇ ਲੈਲਾ ਜਿਹੜੀ ਹੈ ਉਹ ਬਾਜ਼ਾਰ ਦੇ ਵਿੱਚ ਆਏਗੀ, ਖੰਜਰ ਲੈ ਕੇ ਆਏਗੀ ਅਤੇ ਆਪਣੇ ਮਜਨੂੰ ਦਾ ਗੋਸ਼ਤ ਜਿਹੜਾ ਉਹ ਆਪਣੇ ਹੱਥਾਂ ਨਾਲ ਕੱਟ ਕੇ ਅਤੇ ਬਈ ਉਹ ਲਏਗੀ, ਉਹ ਅਤੇ ਸਾਰਿਆਂ ਦੇ ਸਾਹਮਣੇ ਕੱਟੇਗੀ। ਜਦੋਂ ਉਹ ਢੰਡੋਰਾ ਪਾਇਆ ਅਤੇ ਅਗਲੇ ਦਿਨ ਉਹਨੇ ਕਿਹਾ ਕਿ ਇੰਨੇ ਟਾਈਮ ਰੱਖ ਦਿੱਤਾ ਕਿ ਇੰਨੇ ਟਾਈਮ ਦੇ ਉੱਤੇ ਮਜਨੂੰ ਜਿਹੜਾ ਇੱਥੇ ਹਾਜ਼ਰ ਹੋ ਜਾਏ ਅਤੇ ਉਹਦਾ ਗੋਸ਼ਤ ਕਹੇਗੀ, ਅਤੇ ਸਭ ਮਜਨੂੰ ਗਾਇਬ ਹੋ ਗਏ ਉੱਥੋਂ। ਫਿਰ ਉਹੀ ਜਿਹੜਾ ਅਸਲੀ ਸੀ ਉਹਨੇ ਅੱਗੋਂ ਜਿਹੜਾ ਸੀ, ਜਿਹੜੇ ਉਹਨੂੰ ਕਰ ਰਿਹਾ ਸੀ, ਉਹਨਾਂ ਨੂੰ ਕਿਹਾ ਕਿ ਲੈਲਾ ਨੂੰ ਦੱਸ ਦਿਓ ਕਿ ਇੰਨੇ ਟਾਈਮ ਦਾ ਇੰਤਜ਼ਾਰ ਨਾ ਕਰੇ, ਮੈਂ ਉਸ ਤੋਂ ਪਹਿਲਾਂ ਹੀ ਪਹੁੰਚ ਜਾਣਾ ਉੱਥੇ। ਬਈ ਗੱਲਾਂ ਨਾਲ ਥੋੜ੍ਹਾ ਗੱਲ ਬਣਨੀ। ਅਸੀਂ ਕਹਿ ਦਈਏ ਅਸੀਂ ਭਗਤੀ ਕਰਦੇ, ਅਸੀਂ ਸਿੱਖ ਬਣ ਗਏ, ਅਸੀਂ ਉਹ ਕਰ ਗਏ, ਗੱਲ ਉਹ ਬਣਨੀ ਨਹੀਂ ਜਦੋਂ ਤੱਕ ਅਸੀਂ ਉਸ ਚੀਜ਼ ਦੇ ਵਿੱਚੋਂ ਨਿਕਲੇ ਨਾ। ਬੜੀਆਂ ਐਸੀਆਂ ਸਾਖੀਆਂ, ਕਿਉਂਕਿ ਗੁਰੂ ਮਹਾਰਾਜ ਨੇ ਫਰਮਾਉਣਾ ਸਿੱਖ ਅਸੀਂ ਕਿਹਦੇ ਹਾਂ, ਭਗਤੀ ਅਸੀਂ ਕਿਹਦੀ ਕਰਦੇ ਪਏ। ਉਹਨੇ ਕਿਹਾ ਕਿ ਸੁਣ ਪਿਆਰੇ ਤੂੰ ਕਰ ਭਗਤੀ। ਲੇਕਿਨ ਅਸੀਂ ਕਈ ਵਾਰ ਲਾਂਭੇ ਦਿੰਦੇ, ਅਸੀਂ ਕਹਿੰਦੇ ਹਾਂ ਸਾਨੂੰ ਤਾਂ ਇੰਨੇ ਸਾਲ ਹੋ ਗਏ, ਸਾਨੂੰ ਤਾਂ ਇੰਨੀ ਦੇਰ ਹੋ ਗਈ ਭਗਤੀ ਕਰਦਿਆਂ, ਸਾਡੇ 'ਚ ਕੋਈ ਬਦਲਾਵ ਨਹੀਂ ਆਇਆ, ਸਾਡੀ ਗੱਲ ਕਿਉਂ ਨਹੀਂ ਬਣੀ? ਅਸਲ ਦੇ ਵਿੱਚ ਭਗਤੀ ਦੀ ਸਤਿਗੁਰਾਂ ਨੇ ਕਈ ਵਾਰ ਦੱਸਿਆ ਕਿ ਬਈ ਭਗਤੀ ਅਜੇ ਅਸੀਂ ਨਹੀਂ ਕਰ ਪਾ ਰਹੇ। ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੀ ਇੱਕ ਗੱਲ ਹੈ ਕਿ ਉਸ ਟਾਈਮ 'ਤੇ ਵੀ ਕੋਈ ਇਸ ਤਰ੍ਹਾਂ ਭਗਤੀ ਦਾ ਹੀ ਕੋਈ ਚੱਲ ਰਿਹਾ ਸੀ, ਅਤੇ ਇੱਕ ਉਹਨਾਂ ਦੇ ਸਿੱਖ ਸੀ ਕੋਈ, ਚਲੋ ਬੜਾ ਮਨ ਕਰਦੇ ਸੀ ਕਿ ਮੈਂ ਬਹੁਤ ਭਗਤ ਹੈ ਜਾਂ ਕੁਛ ਹੈ, ਸਗੋਂ ਦਇਆ ਕਰਕੇ ਠੀਕ ਹੈ, ਕਹਿੰਦੇ ਸਿੱਧਾ ਤਾਂ ਨਹੀਂ ਕਿਸੇ ਨੂੰ ਵੀ ਕੋਈ ਮਨ ਨਹੀਂ ਦਿਖਾਉਂਦੇ ਕਿਸੇ ਦਾ, ਪਰ ਸਮਝਾਉਣਾ ਚਾਹੁੰਦੇ ਨੇ ਸਾਨੂੰ ਸਾਰਿਆਂ ਨੂੰ। ਕੋਈ ਨਾ ਕੋਈ ਐਸਾ ਕੋਈ ਮੌਕਾ ਲਿਆ ਦਿੰਦੇ ਆ ਕਿ ਜਦੋਂ ਸਾਨੂੰ ਵਾਕਈ ਹੀ ਪਤਾ ਚੱਲ ਜਾਂਦਾ ਕਿ ਨਹੀਂ ਅਸੀਂ ਅਜੇ ਉਸ ਮੁਕਾਮ ਤੱਕ ਨਹੀਂ ਪਹੁੰਚੇ। ਅਤੇ ਸਤਿਗੁਰਾਂ ਨੇ ਦਸਮ ਪਾਤਸ਼ਾਹ ਨੂੰ ਇਸ ਬੈਠਿਆਂ ਹੁਕਮ ਕਰ ਦਿੱਤਾ ਕਿ ਬਈ ਇਸ ਤਰ੍ਹਾਂ ਦਾ ਕੋਈ ਕੱਪੜਾ ਚਾਹੀਦਾ ਅਤੇ ਕੌਣ ਲੈ ਕੇ ਆਏਗਾ? ਉਸ ਇੱਕ ਕਹਿਣ ਲੱਗਾ ਕਿ ਮਹਾਰਾਜ ਜੀ ਮੇਰਾ ਕੰਮ ਹੀ ਉਹ, ਮੈਂ ਲੈ ਆਵਾਂਗਾ ਸਵੇਰੇ। ਕੋਈ ਮੈਂ ਕਹਿਣ ਲੱਗੇ ਚਲੋ ਠੀਕ ਹੈ ਬੇਟੇ, ਸਵੇਰੇ ਫਿਰ ਇੱਕ ਥਾਨ ਜਿਹੜਾ ਨਾ ਇਸ ਕੱਪੜੇ ਦਾ ਲੈ ਆਓ, ਸਾਨੂੰ ਚਾਹੀਦਾ। ਉਹ ਗਿਆ ਬਾਜ਼ਾਰ ਦੇ ਵਿੱਚ ਘੁੰਮ ਫਿਰ ਕੇ, ਉਹਨਾਂ ਨੇ ਉਹ ਬੜਾ ਵਧੀਆ ਜਿਹੜਾ ਕੱਪੜਾ ਸੀ ਉਹ ਖਰੀਦ ਲਿਆ। ਖਰੀਦ ਕੇ ਜਦੋਂ ਘਰ ਆਏ, ਘਰ ਆ ਗਿਆ, ਉਹਦੀ ਪਤਨੀ ਦੀ ਨਜ਼ਰ ਪਈ, ਕਹਿਣ ਲੱਗੀ ਇਹ ਕੀ ਹੈ ਜੀ? ਕਹਿੰਦੇ ਇਹ ਕੱਪੜਾ ਹੈ। ਕਾਹਦੇ ਵਾਸਤੇ? ਮਹਾਰਾਜ ਜੀ ਨੇ ਮੰਗਾਇਆ। ਦੇਖਿਆ, ਕਹਿੰਦੇ ਇੰਨਾ ਵਧੀਆ ਕੱਪੜਾ, ਉਹਨਾਂ ਨੂੰ ਕੀ ਲੋੜ ਪੈ ਗਈ ਇਹਦੀ? ਕਹਿਣ ਲੱਗੀ ਇਹ ਤਾਂ ਨਹੀਂ ਮੈਂ ਦੇਣਾ ਹੈਗਾ, ਇਹ ਤਾਂ ਨਹੀਂ ਮੈਂ ਦੇਣਾ ਹੈਗਾ, ਤੁਸੀਂ ਇੱਦਾਂ ਕਰਨਾ ਹੋਰ ਲਿਆ ਕੇ ਦੇ ਦੇਣਾ ਉਹਨਾਂ ਨੂੰ। ਅਤੇ ਉਹ ਕਹਿੰਦੇ ਮੈਂ ਅੱਜ ਜਾਣਾ ਹੈ, ਮੈਂ ਉਹਨਾਂ ਨੂੰ ਕਿਹਾ ਸੀ ਸਵੇਰੇ, ਉਹਨੂੰ ਕਹਿ ਦਿਓ ਕਿ ਹਜੇ ਮਿਲਿਆ ਨਹੀਂ। ਕਹਿੰਦੇ ਉਹਨੂੰ ਕਹਿ ਦਿਓ ਜੇ ਨਹੀਂ ਮਿਲਿਆ। ਉਸੇ ਤਰ੍ਹਾਂ ਹੀ ਉਹਨੇ ਕੀਤਾ, ਉਹਨੇ ਹਾਰ ਮੰਨ ਲਈ, ਉਹ ਛੱਡ ਕੇ ਅਤੇ ਉੱਥੇ ਚਲਾ ਗਿਆ। ਜਦੋਂ ਉਹਨਾਂ ਨੇ ਪੁੱਛਿਆ ਉੱਥੇ ਕਿ ਹਾਂਜੀ ਬੇਟੇ, ਮੈਨੇ ਕਹਿਣ ਲੱਗੇ ਕਿ ਮਹਾਰਾਜ ਜੀ ਉਹ ਗਿਆ ਸਾ ਬਾਜ਼ਾਰ, ਘੁੰਮਿਆ ਫਿਰਿਆ ਤਾਂ ਬਹੁਤ, ਪਰ ਹਜੇ ਨਾ ਮਿਲਿਆ ਨਹੀਂ ਹੈ, ਮੈਂ ਦੇਖ ਕੇ ਲਿਆਵਾਂਗਾ। ਫਿਰ ਹੁਣ ਉਹਨਾਂ ਨੂੰ ਪਤਾ ਨਹੀਂ ਸੀ। ਅਸਲ ਦੇ ਵਿੱਚ ਗੱਲ ਆ ਗਈ ਰੁਕਾਵਟ ਉਸੇ ਦੀ ਕਿ ਭਗਤੀ ਅਸੀਂ ਕਿਹਦੀ ਕਰਦੇ ਪਏ ਹਾਂ। ਇਹ ਰੁਕਾਵਟਾਂ ਨੇ ਜਿਹੜੀਆਂ ਸਾਰੀਆਂ। ਇੰਨਾ ਭਰੋਸਾ, ਇੰਨਾ ਭਾਵ ਇਸ ਸਟੇਜ ਤੱਕ ਚਲੇ ਜਾਵੇ ਕਿ ਬਈ ਇਹਨੂੰ ਗੁਰੂ ਤੋਂ ਇਲਾਵਾ ਕੋਈ ਚੀਜ਼ ਨਾ ਦੱਸੇ, ਫਿਰ ਇਹ ਉੱਡਦਾ ਫਿਰੇਗਾ। ਵਿਸ਼ੇਕ ਵਚਨ ਆਇਆ ਨਾ, ਪ੍ਰੇਮ ਪੰਖ ਲੈ ਉਡੋ ਆਕਾਸ਼ਾ। ਆਕਾਸ਼ 'ਚ ਜੇ ਸਿੱਖ ਨੇ ਉੱਡਣਾ ਹੈ ਅਤੇ ਉਹਨੂੰ ਬਾਹਰਲੇ ਪਰਾਂ ਦੇ ਨਹੀਂ, ਇਹਨੂੰ ਪ੍ਰੇਮ ਦੇ ਪੰਖਾਂ ਦੀ ਲੋੜ ਹੈ। ਜੇ ਇਹਨੂੰ ਪ੍ਰੇਮ ਦੇ ਪੰਖ ਮਿਲ ਗਏ, ਇਹ ਕੋਈ ਵੀ ਇਹ ਦੂਰ ਨਹੀਂ ਫਿਰ ਕਿਤੇ, ਇਹ ਪਾਸ ਹੀ ਹੈ, ਇਹ ਹਰ ਵੇਲੇ ਹੀ ਗੁਰੂ ਦੇ ਨਾਲ ਨਾਲ ਹੀ ਹੈ। ਹਾਂਜੀ ਬੇਟੇ। ਨਾਤੇਦਾਰ ਕੁਟੰਬੀ ਜਿਤਨੇ, ਇਨਕਾ ਡਰ ਤਜ ਕਰ ਭਗਤੀ। ਭਗਤੀ ਅੰਗ में जब तू बरते, छोड़ झिझक इन कर भगती। जो मूर्ख है मर्म ना जाने, इनका डर क्या
ਕਰ ਭਗਤੀ ਇਨਕਾ ਡਰ ਕੁਛ ਮਤ ਕਰ ਮਨ में ਸੁਣ ਪਿਆਰੇ ਤੂੰ ਕਰ ਭਗਤੀ। ਹੁਣ ਪਹਿਲਾਂ ਇੱਕ ਇੱਕ ਨਾਤੇ ਦਾ ਨਾਮ ਹੀ ਲਿਆ ਹੈ, ਹੁਣ ਸਾਰਿਆਂ ਨੂੰ ਇਕੱਠਿਆਂ ਕਰਕੇ ਕਹਿ ਰਹੇ ਨੇ ਨਾਤੇਦਾਰ ਕੁਟੁੰਬੀ ਜਿਤਨੇ, ਕਹਿੰਦੇ ਜਿੰਨੇ ਵੀ ਆ। ਹੋ ਸਕਦਾ ਹੈ ਕਿ ਕੋਈ ਨਾਮ ਰਹਿ ਗਏ ਹੋਣ, ਅਸੀਂ ਕਹੀਏ ਕਿ ਮਹਾਰਾਜ ਨੇ ਇਹਦਾ ਤੇ ਨਾਮ ਹੀ ਨਹੀਂ ਲਿਆ ਹੈਗਾ, ਕਿਉਂਕਿ ਮਨ ਬਹਾਨਾ ਲੱਭਦਾ ਹੈ ਨਾ। ਕਈ ਵਾਰੀ ਸੋਚਦੇ ਆ ਕਿ ਨਹੀਂ ਸ਼ਾਇਦ ਆਹ ਚੀਜ਼ ਰਹਿ ਗਈ। ਉਹ ਕਹਿੰਦੇ ਨਾਤੇਦਾਰ ਕੁਟੁੰਬੀ ਜਿਤਨੇ ਇਨਕਾ ਡਰ ਤਜ ਕਰ ਭਗਤੀ, ਕਹਿੰਦੇ ਕਿਸੇ ਦਾ ਵੀ ਡਰ ਨਾ ਕਰ ਦੋ। ਅੱਗੇ ਕਿਉਂ ਕਾਹਦੇ ਵਾਸਤੇ ਨਾ ਕਹੇ ਭਗਤੀ ਅੰਗ ਮੇ ਜਬ ਤੂੰ ਵਰਤੇ ਛੋੜ ਝਿਜਕ ਇਨ ਕਰ ਭਗਤ। ਕਹਿੰਦੇ ਕਿ ਜਦੋਂ ਭਗਤੀ ਦੇ ਵਿੱਚ ਆ ਹੀ ਗਏ, ਅਸੀਂ ਕਹਿ ਦਿੰਦੇ ਹਾਂ ਭਗਤੀ, ਅਸੀਂ ਤੇ ਹੁਣ ਜੀ ਭਗਤ ਬਣ ਗਏ ਹਾਂ, ਹੁਣ ਤੇ ਅਸੀਂ ਗੁਰੂ ਦੇ ਸਿੱਖ ਬਣ ਗਏ ਹਾਂ, ਹੁਣ ਤੇ ਅਸੀਂ ਬਈ ਇੱਕ ਮਾਰਗ ਚੁਣ ਲਿਆ। ਕਹਿੰਦੇ ਕਿ ਜਦੋਂ ਅਸੀਂ ਇੱਕ ਚੁਣ ਹੀ ਲਿਆ ਭਗਤੀ ਅੰਗ ਮੇ ਜਬ ਤੂੰ ਵਰਤੇ, ਜਦੋਂ ਤੂੰ ਉਸ ਚੀਜ਼ ਦੇ ਵਿੱਚ ਆ ਹੀ ਗਿਆ, ਫਿਰ ਛੋੜ ਝਿਜਕ, ਗੁਰੂ ਨੂੰ ਖੁਸ਼ ਕਰਨ ਵਾਸਤੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਉਹ ਨਾ ਰੱਖੇ, ਕਿਸੇ ਤਰ੍ਹਾਂ ਦੀ ਵੀ ਚੀਜ਼। ਕਈ ਵਾਰ ਮੈਂ ਦੱਸਿਆ ਹੈ ਕਿ ਬੜੇ ਬੜੇ ਸੰਗਤ ਦੇ ਵਿੱਚ ਕੋਈ ਅਫਸਰ ਹੁੰਦੇ ਨੇ, ਕੋਈ ਹਰ ਤਰ੍ਹਾਂ ਕੋਈ ਕਿਸੇ ਨਾ ਕਿਸੇ ਆਪਣਾ ਉੱਚੇ ਪਦ ਦੇ ਉੱਤੇ ਹੁੰਦੇ ਨੇ। ਕਈ ਵਾਰ ਬੜਾ ਜਦੋਂ ਆਦਰ ਵੀ ਕਰਨਗੇ, ਸਭ ਕੁਝ ਦਿਖਾ ਦਿਆ, ਪਰ ਕਈ ਵਾਰ ਬਾਹਰ ਆਮ ਜਨਤਾ ਦੇ ਵਿੱਚ, ਆਮ ਦੁਨੀਆ ਦੇ ਵਿੱਚ ਜਦੋਂ ਉਹ ਕਿਤੇ ਮਿਲਣ ਤੇ ਉਹ ਮਨ 'ਚ ਝਿਜਕਦੇ ਨੇ ਕਿ ਮੈਂ ਥੱਲੇ ਹੋ ਕੇ ਨਮਸਕਾਰ ਕਰਾਂ, ਲੋਕੀ ਕੀ ਕਹਿਣਗੇ, ਕਿ ਇਹ ਜੱਜ ਏ ਤੇ ਇਹ ਕਿਹਦੇ ਅੱਗੇ ਮੱਥਾ ਟੇਕ ਰਿਹਾ ਹੈ, ਇਹ ਏਡਾ ਵੱਡਾ ਕੋਈ ਲੀਡਰ ਏ, ਇਹ ਕਿਹਦੇ ਅੱਗੇ ਕਰ ਰਿਹਾ ਹੈ। ਮਤਲਬ ਕੀ ਕਿ ਆਪਣੀ ਆਪਣੀ ਉਹਨਾਂ ਚੀਜ਼ਾਂ ਦਾ ਹੰਕਾਰ ਹੋ ਜਾਂਦਾ ਹੈ। ਲੇਕਿਨ ਭਗਤੀ ਦੇ ਵਿੱਚ ਜਦੋਂ ਤੱਕ ਵੀ ਮਨ 'ਚ ਕੋਈ ਵੀ ਬੰਧਨ ਹੈ, ਝਿਜਕ ਕਿਸੇ ਤਰ੍ਹਾਂ ਦੀ ਵੀ ਹੈਗੀ ਹੈ, ਕਹਿੰਦੇ ਕਿ ਅਸੀਂ ਭਗਤੀ 'ਚ ਫੇਲ ਹੋ ਜਾਵਾਂਗੇ। ਕਿਸੇ ਤਰ੍ਹਾਂ ਦਾ ਵੀ ਮਨ 'ਚ ਡਰ ਰੱਖਦੇ ਹਾਂ ਕਿ ਬਈ ਮੈਂ ਇੱਧਰ ਹੋਇਆ ਤੇ ਕੋਈ ਬਈ ਇਸ ਤਰ੍ਹਾਂ ਨਾ ਹੋ ਜਾਵੇ, ਉਸ ਤਰ੍ਹਾਂ ਨਾ ਹੋ ਜਾਵੇ, ਆਹ ਨਾ ਹੋ ਜਾਵੇ, ਇਹਦਾ ਮਤਲਬ ਇਹ ਝਿਜਕ ਹੈ। ਜਦੋਂ ਤੱਕ ਵੀ ਇਹਦੇ ਮਨ 'ਚ ਝਿਜਕ ਇਹ ਭਗਤੀ ਦੇ ਵਿੱਚ ਫੇਲ ਹੀ ਹੁੰਦਾ ਰਹੇਗਾ। ਕਿਸੇ ਵੀ ਟਾਈਮ ਦਾ ਅਸੀਂ ਇਤਿਹਾਸ ਫੋਲ ਕੇ ਵੇਖ ਲਈਏ, ਬੜੇ ਬੜੇ ਜਿਹੜੇ ਸੀ ਸਿੱਖ ਜਿਹੜੇ ਸੀ, ਛੋਟੀਆਂ ਛੋਟੀਆਂ ਚੀਜ਼ਾਂ ਕਰਕੇ ਹੀ ਕਈ ਵਾਰ ਉਹ ਆਪਣਾ ਮੌਕਾ ਜਿਹੜਾ ਸੀ ਉਹਨਾਂ ਨੇ ਖੋਹ ਲਿਆ। ਤੇ ਉਹਨੇ ਫਰਮਾਇਆ ਕਿ ਭਗਤੀ ਅੰਗ ਮੇ ਜਬ ਤੂੰ ਵਰਤੇ ਛੋੜ ਝਿਜਕ ਇਨ ਕਰ ਭਗਤੀ, ਜੋ ਮੂਰਖ ਹੈ ਮਰਮ ਨਾ ਜਾਣੇ ਇਨਕਾ ਡਰ ਕਿਆ ਕਰ ਭਗਤੀ। ਕਹਿੰਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਇਸ ਰਸਤੇ ਦਾ, ਉਹਨਾਂ ਦਾ ਕਾਹਦਾ ਡਰ ਹੈ। ਹਾਂ ਕੋਈ ਉਸ ਰਸਤੇ ਦਾ ਕੋਈ ਵਾਕਫਕਾਰ ਹੋਵੇ, ਉਹ ਕੋਈ ਕਵੇ ਤੇ ਫਿਰ ਤਾਂ ਬੰਦਾ ਸੁਣਦਾ। ਜਿਹਨੂੰ ਪਤਾ ਹੀ ਨਹੀਂ ਹੈ ਤੇ ਕਹਿੰਦੇ ਕਿ ਉਹਦਾ ਡਰ ਕਾਹਦਾ ਕਰਦੇ ਪਏ ਅਸੀਂ, ਉਹਨਾਂ ਨੂੰ ਕਰਕੇ ਆਪਣਾ ਟਾਈਮ ਖਰਾਬ ਕਰ ਰਹੇ ਹਾਂ। ਕਿ ਫਰਮਾਇਆ ਕਿ ਇਨਕਾ ਡਰ ਕੁਛ ਮਤ ਕਰ ਮਨ ਮੇ, ਕਹਿੰਦੇ ਕਿ ਜਿੰਨੇ ਵੀ ਨਾਤੇ ਨੇ ਇਹਨਾਂ ਦਾ ਮਨ 'ਚ ਕੋਈ ਡਰ ਨਾ ਰੱਖ। ਕੋਈ ਵੀ ਚੀਜ਼ ਜਿਹੜੀ ਹੈ ਇਹ ਬੰਧਨ ਜਿਹੜੇ ਆ ਸਾਰੇ ਇਹ ਸਾਡਾ ਟਾਈਮ ਹੀ ਖਰਾਬ ਕਰਨਗੇ ਸਿਰਫ, ਹੋਰ ਇਹਨਾਂ ਤੋਂ ਕੁਛ ਨਹੀਂ ਮਿਲਣਾ। ਲੇਕਿਨ ਹੋਸ਼ ਆਏਗੀ ਕਦੀ ਨਾ ਕਦੀ, ਪਰ ਕਈ ਵਾਰ ਇਸ ਤਰ੍ਹਾਂ ਹੁੰਦਾ ਜਦੋਂ ਹੋਸ਼ ਆਉਂਦੀ ਉਦੋਂ ਟਾਈਮ ਲੰਘਾ ਕੇ ਕਹਿੰਦੇ ਉਹ। ਇਸ ਲਈ ਆਪਣਾ ਇੱਕ ਇੱਕ ਪਲ ਜਿਹੜਾ ਹੈ ਇਸ ਤਰ੍ਹਾਂ ਕਹਿੰਦਾ ਕਿ ਸਵਾਸੋਂ ਕੀ ਮਾਲਾ ਪੇ ਸਿਮਰੂ ਮੈਂ ਪੀ ਕਾ ਨਾਮ, ਕਿ ਇੱਕ ਸਵਾਸ ਵੀ ਜਿਹੜਾ ਵਾ ਖਾਲੀ ਨਾ ਜਾਵੇ। ਜੇ ਉਹ ਚੀਜ਼ ਚੱਲਦੀ ਰਹੇਗੀ ਤੇ ਬਈ ਇਹ ਹਮੇਸ਼ਾ ਹੀ ਗੁਰੂ ਦੀ ਗੋਦ ਦੇ ਵਿੱਚ ਰਹੇਗਾ। ਹਾਂਜੀ ਅੱਗੇ ਇਨਕਾ ਡਰ ਕੁਛ ਮਤ ਕਰ ਮਨ में ਸੁਣ ਪਿਆਰੇ ਤੂੰ ਕਰ ਭਗਤੀ ਭੇਖ ਭੇਖ ਕੋ ਦੇਖ ਲਜਾਵੇ ਸੋ ਵੀ ਕੱਚਾ ਕਰ ਭਗਤੀ ਜਬ ਲਗ ਸਭ ਸੇ ਨਿਡਰ ਨਾ ਹੋਵੇ ਤਬ ਲਗ ਕੱਚਾ ਕਰ ਭਗਤੀ। ਇਹ ਸਾਰੀਆਂ ਜਿਹੜੀਆਂ ਨੇ ਕਚਿਆਈਆਂ ਨੇ। ਉਹਨਾਂ ਨੂੰ ਕਿ ਭੇਖ ਭੇਖ ਕੋ ਦੇਖ ਲਜਾਵੇਂ ਸੋ ਵੀ ਕੱਚਾ ਕਰ ਭਗਤੀ, ਕਿਉਂਕਿ ਅਸੀਂ ਬਹੁਤ ਤਰ੍ਹਾਂ ਦੇ ਸਾਡੇ ਬੰਧਨ ਨੇ, ਸਾਨੂੰ ਉਸ ਭਗਤੀ ਦਾ ਤਾਂ ਪਤਾ ਹੀ ਕੋਈ ਨਹੀਂ ਹੈਗਾ। ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਬੰਧਨ ਜਿਹੜੇ ਨੇ
ਕਈ ਤਰ੍ਹਾਂ ਦੇ ਅਸੀਂ ਉਹ ਸ਼੍ਰੇਣੀਆਂ 'ਚ ਵੰਡੇ ਗਏ ਹਾਂ। ਕਈ ਵਾਰ ਅਸੀਂ ਕਹਿੰਦੇ ਹਾਂ ਲੈ ਅਸੀਂ ਤੇ ਹਿੰਦੂ ਹੁੰਦੇ ਹਾਂ, ਇਹ ਤੇ ਸਿੱਖ ਨੇ। ਕੋਈ ਕਹਿੰਦਾ ਇਹ ਸਿੱਖ ਹੁੰਦੇ ਆ, ਇਹ ਮਹਾਤਮਾ ਤੇ ਹਿੰਦੂ ਨੇ। ਕੋਈ ਕਹਿੰਦਾ ਹੈ ਕਿ ਬਈ ਅਸੀਂ ਤਾਂ ਹਿੰਦੂ ਸਿੱਖ ਹਾਂ, ਇਹ ਤਾਂ ਮੁਸਲਿਮ ਹੈ। ਬਈ ਇਹ ਨਹੀਂ, ਇਹ ਭਗਤੀ ਦੀ ਪਹਿਚਾਣ ਨਹੀਂ ਹੈਗੀ ਕੋਈ। ਜਦੋਂ ਅਸੀਂ ਭਗਤੀ ਵਾਲੇ ਪਾਸੇ, ਜਦੋਂ ਮਨ ਦੇ ਵਿੱਚ ਉਹ ਇਹ ਚੀਜ਼ਾਂ ਰੱਖਾਂਗੇ, ਕਿਸੇ ਤਰ੍ਹਾਂ ਦੀ ਵੀ ਲੱਜਾ ਰੱਖਾਂਗੇ, ਤੇ ਕਹਿੰਦੇ ਅਸੀਂ ਕਾਮਯਾਬ ਨਹੀਂ ਹੋਵਾਂਗੇ। ਉਹਨੇ ਫਰਮਾਇਆ ਕਿ ਭੇਖ ਭੇਖ ਕੋ ਦੇਖ ਲਜਾਵੇਂ, ਸੋ ਵੀ ਕੱਚਾ ਕਰ ਭਗਤੀ, ਜਬ ਲਗ ਸਭ ਸੇ ਨਿਡਰ ਨਾ ਹੋਵੇ। ਬੜੇ ਬੰਧਨ ਇਹਨਾਂ ਦੇ ਹੁੰਦੇ ਨੇ ਐਸੇ। ਛੋਟੀਆਂ ਛੋਟੀਆਂ ਚੀਜ਼ਾਂ ਕਰਕੇ ਅਸੀਂ ਡਰਦੇ ਰਹਿੰਦੇ ਹਾਂ। ਕਾਹਦੇ ਵਾਸਤੇ? ਸਿਰਫ ਇਹਨਾਂ ਚੀਜ਼ਾਂ ਦੀ ਲੋਕ ਲਾਜ ਕਰਕੇ ਹੀ। ਕਈ ਵਾਰ ਬੜੇ ਪੜ੍ਹੇ ਲਿਖੇ ਜਿਹੜੇ ਬੱਚੇ ਉਹ ਕਰਨਗੇ ਕਿ ਅਸੀਂ ਗੱਲ ਤਾਂ ਕਰਨੀ ਹੈ ਕੋਈ, ਪਰ ਅਸੀਂ ਇਕੱਲਿਆਂ ਕਰਨੀ ਹੈ। ਕਾਹਦੇ ਵਾਸਤੇ? ਕਿ ਕੋਈ ਸੁਣ ਕੇ ਕਹੇਗਾ ਕਿ ਲਓ ਤੁਸੀਂ ਆਹ ਗੱਲਾਂ ਕਰਦੇ ਪਏ ਹੋ। ਸਮਝ ਹੀ ਨਹੀਂ ਉਸ ਚੀਜ਼ ਦੀ ਕੁਛ ਵੀ। ਇਸ ਭਗਤੀ ਮਾਰਗ ਦੀ ਜਿਹੜੀ ਆ, ਇਹਦਾ ਕੋਈ ਬਾਹਰ ਦੀ ਪੜ੍ਹਾਈ ਲਿਖਾਈ ਨਾਲ ਕੋਈ ਮਤਲਬ ਨਹੀਂ ਹੈਗਾ ਇਸ ਚੀਜ਼ ਦਾ। ਕਿਉਂਕਿ ਪਿੱਛੇ ਜਿਹੜੇ ਸੰਤ ਮਹਾਤਮਾ ਦਾ ਅਸੀਂ ਜੀਵਨ ਪੜ੍ਹਦੇ ਹਾਂ, ਉਹਨਾਂ ਨੇ ਕੋਈ ਡਿਗਰੀਆਂ ਨਹੀਂ ਸੀ ਕੀਤੀਆਂ ਕਿਸੇ ਤਰ੍ਹਾਂ ਦੀਆਂ, ਪਰ ਸਾਰੇ ਸੰਸਾਰ ਉਹਨਾਂ ਦੇ ਨਤਮਸਤਕ ਹੋਇਆ ਉਹਨਾਂ ਦੇ। ਤਾਂ ਸੁਣਾਇਆ ਕਿ ਜਬ ਲਗ ਸਭ ਸੇ ਨਿਡਰ ਨਾ ਹੋਵੇ, ਤਬ ਲਗ ਕੱਚਾ ਕਰ ਭਗਤੀ। ਕਹਿੰਦੇ ਉਦੋਂ ਤੱਕ, ਜਦੋਂ ਤੱਕ ਇਹ ਗੱਲ ਨਹੀਂ ਬਣਦੀ, ਉਦੋਂ ਤੱਕ ਤੂੰ ਭਗਤੀ ਕਰੀ ਜਾ, ਉਦੋਂ ਤੱਕ ਹਜੇ ਤੂੰ ਪੱਕਾ ਨਹੀਂ ਹੋਇਆ ਹਜੇ। ਹਾਂਜੀ ਅੱਗੇ। ਜਿਲਤ ਇੱਜ਼ਤ ਜੋ ਕੁਛ ਹੋਵੇ, ਮੌਜ ਵਿਚਾਰੋ ਕਰ ਭਗਤੀ। ਹੁਣ ਕਈ ਵਾਰ ਅਸੀਂ ਜਦੋਂ ਉਸ ਰਸਤੇ ਤੇ ਚੱਲਦੇ ਹਾਂ ਤੇ ਮੁਸ਼ਕਿਲਾਂ ਆਉਂਦੀਆਂ ਨੇ। ਮੁਸ਼ਕਿਲਾਂ ਕਿਸ ਤਰ੍ਹਾਂ ਦੀ? ਕਿਉਂਕਿ ਸਤਿਗੁਰੂ ਆਪ ਹੀ ਕਰਦੇ ਨੇ, ਸਾਨੂੰ ਪੱਕਿਆਂ ਕਰਨ ਵਾਸਤੇ ਕਰਦੇ ਨੇ। ਇਸ ਤਰ੍ਹਾਂ ਭੱਠੇ ਦੇ ਵਿੱਚ ਜਦੋਂ ਇੱਟਾਂ ਜਿਹੜੀਆਂ ਨੇ, ਕੱਚੀਆਂ ਇੱਟਾਂ ਹੁੰਦੀਆਂ ਨੇ, ਕਹਿੰਦੇ ਜਿਹਨੂੰ ਸੇਕ ਨਾ ਲੱਗੇ ਉਹ ਕੱਚੀ ਰਹਿ ਜਾਂਦੀ ਹੈ। ਜਿਹਨੂੰ ਸੇਕ ਲੱਗਾ ਉਹਨੇ ਹੀ ਪੱਕਣਾ ਹੈ, ਨਹੀਂ ਤੇ ਉਹ ਕੱਚੀਆਂ ਰਹਿ ਜਾਂਦੀਆਂ ਨੇ। ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਕਰਦੇ ਪਏ ਹਾਂ, ਸਾਨੂੰ ਆਹ ਚੰਗਾ ਕਿਹਾ, ਕਿਸੇ ਨੇ ਮਾੜਾ ਕਿਹਾ, ਇਹਨੇ ਮੇਰਾ ਅਪਮਾਨ ਕਰ ਦਿੱਤਾ ਏ, ਇਹਨੇ ਮੇਰੀ ਇੱਜ਼ਤ ਕੀਤੀ ਏ। ਇਹ ਚੀਜ਼ਾਂ ਕਹਿੰਦੇ ਰੁਕਾਵਟ ਨੇ ਸਾਰੇ। ਉਹਨੇ ਕਿਹਾ ਜਿੱਲਤ ਇੱਜ਼ਤ ਜੋ ਕੁਛ ਹੋਵੇ, ਮੌਜ ਵਿਚਾਰੋ ਕਰ ਭਗਤੀ। ਸੋਚੋ ਕਿ ਮੈਨੂੰ ਗੁਰੂ ਪੱਕਿਆਂ ਕਰ ਰਿਹਾ। ਸਤਿਗੁਰੂ ਨੇ ਫਰਮਾਉਣਾ ਕਿ ਜਿਸ ਤਰ੍ਹਾਂ ਇੱਕ ਤਰਖਾਣ ਹੁੰਦਾ ਹੈ, ਉਹਦੇ ਕੋਲ ਇੱਕ ਕੁਹਾੜੀ ਹੁੰਦੀ ਹੈ, ਇੱਕ ਤੇਸੀ ਹੁੰਦੀ ਹੈ, ਆਰੀ ਹੁੰਦੀ ਹੈ, ਥੋੜੀ ਹੁੰਦੀ ਹੈ, ਰੰਦਾ ਹੁੰਦਾ ਹੈ, ਰੇਗਮਾਰ ਹੁੰਦਾ ਹੈ। ਉਹਨੂੰ ਜਿਸ ਚੀਜ਼ ਦੀ ਲੋੜ ਹੈ ਉਹ ਕਰਦਾ ਹੈ, ਵਰਤਦਾ ਹੈ। ਹਰ ਚੀਜ਼ ਉਹਨੇ ਸਾਨੂੰ ਸਵਾਰਨਾ ਹੈ। ਹੁਣ ਜੇ ਜੰਗਲ ਦੇ ਵਿੱਚੋਂ ਲੱਕੜ ਕੱਟ ਕੇ ਉਸੇ ਤਰੀਕੇ ਦੀ ਅਸੀਂ ਕਿਸੇ ਦੇ ਘਰ ਰੱਖਦੀ, ਅਗਲਾ ਕਹਿੰਦਾ ਚੁੱਕੋ ਚੁੱਕੋ, ਇਹ ਕੀ ਗੰਦ ਜਿਹਾ ਪਾਤਾ। ਜੇ ਉਹਨੂੰ ਹੀ ਐ ਛਿਲ ਛਿਲ ਕੇ ਉਹਨਾਂ ਵਧੀਆ ਤਰ੍ਹਾਂ ਕੋਈ ਫਰਨੀਚਰ ਬਣਾ ਕੇ ਪੋਲਿਸ਼ ਕਰਕੇ ਰੱਖਿਆ ਜਾਵੇ, ਤੇ ਅਸੀਂ ਡਰਾਇੰਗ ਰੂਮ ਦੇ ਸਜਾਉਂਦੇ ਹੀ ਕਹਿੰਦੇ ਕਿਆ ਬਾਤ ਹੈ, ਲੋਕਾਂ ਨੂੰ ਵਿਖਾਉਂਦੇ ਹਾਂ। ਇਸੇ ਤਰ੍ਹਾਂ ਹੀ ਸਾਡਾ ਜੀਵਨ ਉਦੋਂ ਹੀ ਹੋਏਗਾ। ਅਸੀਂ ਜਦੋਂ ਗੁਰੂ ਮਹਾਰਾਜ ਦੀ ਇਹ ਵੇਖਾਂਗੇ, ਕਹਿੰਦੇ ਜੋ ਵੀ ਹੁੰਦਾ ਹੈ ਉਹਨੂੰ ਮੌਜ ਸਮਝੋ। ਇੱਜ਼ਤ ਹੋ ਰਹੀ ਹੈ ਤਾਂ ਵੀ ਉਹਨਾਂ ਦੀ ਮੌਜ ਹੈ, ਜੇ ਕੋਈ ਅਪਮਾਨ ਹੋ ਰਿਹਾ ਹੈ ਤੇ ਤਾਂ ਵੀ ਉਹਨਾਂ ਦੀ ਮੌਜ ਹੈ। ਸਾਨੂੰ ਪੱਕਿਆਂ ਕਰ ਰਹੇ ਨੇ, ਕਿਉਂਕਿ ਜਿਸ ਰਸਤੇ ਜਾਣਾ ਹੈ ਉੱਥੇ ਇਹ ਚੀਜ਼ਾਂ ਉਹਨਾਂ ਨੇ, ਜਿਸ ਤਰ੍ਹਾਂ ਹੋਇਆ ਨਾ ਕਿ ਉਹ ਰਸਤਾ ਬੜਾ ਹੈਗਾ ਹੈ, ਤੰਗ ਹੈ, ਉੱਥੇ ਇੰਨਾ ਭਾਰ ਚੁੱਕ ਕੇ ਬੜਾ ਅਸੀਂ ਨਹੀਂ ਚੱਲ ਸਕਦੇ। ਉੱਥੇ ਜਿੰਨਾ ਭਾਰ ਹਲਕਾ ਰੱਖਾਂਗੇ ਫਿਰ ਹੀ ਅੱਗੇ ਲੰਘਾਂਗੇ। ਹਾਂਜੀ ਅੱਗੇ। ਗੁਰ ਕਾ ਬਲ ਹਿਰਦੇ ਧਰ ਆਪਣੇ, ਸੁਣ ਪਿਆਰੇ ਤੂੰ ਕਰ ਭਗਤੀ। ਜੇ ਬਿਗਾੜ ਕੁਛ ਕਰੇ ਨਾ ਤੇਰਾ, ਕਿਉਂ ਝਿਜ ਕੇ ਤੂੰ ਕਰ ਭਗਤੀ। ਹੁਣ ਦੇਖੋ ਕਲੀਅਰ ਕਰ ਰਹੇ ਨੇ ਉਸ ਚੀਜ਼ ਨੂੰ, ਹੋਣਾ ਕਿ ਹੁਣ ਠੀਕ ਹੈ, ਔਖਾ ਤਾਂ ਕੰਮ ਲੱਗਦਾ ਹੈ, ਕਿਉਂਕਿ ਮਨ ਦੇ ਵਿਪਰੀਤ ਕੋਈ ਵੀ ਚੀਜ਼ ਹੋਵੇ ਉਹ ਅੱਛੀ ਨਹੀਂ ਲੱਗਦੀ, ਕੁਛ ਵੀ ਹੋਵੇ ਭਾਵੇਂ। ਲੇਕਿਨ ਉਹਨੇ ਕਿਹਾ ਕਿ ਗੁਰੂ ਕਾ ਬਲ ਹਿਰਦੇ ਧਰ ਆਪਣੇ, ਗੁਰੂ ਦਾ ਬਲ ਦੇ ਨਾਲ ਇਹ ਸਾਰੀਆਂ ਸਟੇਜਾਂ ਚੋਂ ਨਿਕਲਣਾ। ਜੇ ਅਸੀਂ ਗੁਰੂ ਦਾ ਬਲ ਲਵਾਂਗੇ ਤੇ ਫਿਰ ਤੇ ਕੋਈ ਮੁਸ਼ਕਲ ਨਹੀਂ ਹੈ। ਜੇ ਆਪਣਾ ਬਲ ਵਰਤਾਂਗੇ, ਆਪਣੇ ਆਪ ਨੂੰ ਅੱਗੇ ਕਰਾਂਗੇ, ਫਿਰ ਮਾਰ ਪੈਣੀ ਹੈ। ਫਿਰ ਇਹ ਜਿੰਨਾ ਮਰਜ਼ੀ ਤਗੜਾ ਹੋਵੇ, ਇਹਨੇ ਕਦੀ ਨਾ ਕਦੀ ਕਮਜ਼ੋਰ ਹੋ ਹੀ ਜਾਣਾ ਹੈ। ਕਿ ਗੁਰੂ ਕਾ ਬਲ ਜੋ ਹਿਰਦੇ ਹੋਈ, ਉਸਸੇ ਜੀਤ ਸਕੇ ਨਹੀਂ ਕੋਈ, ਈਸ਼ਵਰ ਪਰਮੇਸ਼ਵਰ ਸਭ ਹਾਰੇ। ਇਹ ਕਾਹਦੀ ਸ਼ੋਭਾ ਹੈ? ਗੁਰੂ ਦੇ ਬਲ ਦੀ। ਇਸ ਕਰਕੇ ਫਰਮਾਇਆ ਕਿ ਗੁਰੂ ਕਾ ਬਲ ਹਿਰਦੇ ਧਰ ਆਪਣੇ, ਸੁਣ ਪਿਆਰੇ ਤੂੰ ਕਰ ਭਗਤੀ। ਔਰ ਅੱਗੇ ਕੀ ਕਹਿੰਦੇ ਨੇ, ਇਹ ਵਿਗਾੜ ਕੁਛ ਕਰੇ ਨਾ ਤੇਰਾ, ਕਿਉਂ ਝਿਜਕੇ ਤੂੰ ਕਰ ਭਗਤੀ। ਕਿਉਂਕਿ ਡਰਦੇ ਤਾਂ ਅਸੀਂ ਇਸੇ ਚੀਜ਼ ਤੋਂ ਆ ਨਾ ਕਿ ਉਹ ਮੇਰਾ ਅਪਮਾਨ ਹੋ ਗਿਆ, ਇਹਨੇ ਆਹ ਕਹਿ ਦਿੱਤਾ, ਪਤਾ ਨਹੀਂ ਮੇਰਾ ਕੀ ਵਿਗੜ ਜਾਣਾ ਹੈ। ਸਾਡੇ ਕੋਈ ਨੰਬਰ ਨਹੀਂ ਘਟਣ ਲੱਗੇ,
ਜਿੰਨੇ ਨੰਬਰ ਗੁਰੂ ਨੇ ਦਿੱਤੇ ਆ ਉਹਨੂੰ ਕੋਈ ਲੈ ਨਹੀਂ ਸਕਦਾ, ਤੇ ਜਿਹੜੇ ਅਸੀਂ ਆਪੇ ਆਪਣੇ ਲਾਏ ਆ ਉਹ ਤੇ ਕਿਤੇ ਵੀ ਨਹੀਂ ਰਹਿਣੇ, ਜਿੰਨਾ ਮਰਜ਼ੀ ਸੰਭਾਲ ਕੇ ਰੱਖੀਏ। ਇਸ ਕਰਕੇ ਉਹਨਾਂ ਨੇ ਫਰਮਾਇਆ ਕਿ ਇਹ ਚੀਜ਼ਾਂ ਛੱਡ ਦਈਏ, ਜੋ ਮਰਜ਼ੀ ਜਿੱਲਤ ਲਿਜਤ ਜੋ ਮਰਜ਼ੀ ਹੋਵੇ, ਇਹਨਾਂ ਨੂੰ ਛੱਡ ਕੇ ਗੁਰੂ ਦਾ ਬਲ ਲੈ ਕੇ, ਉਹਨਾਂ ਦਾ ਡਰ ਛੱਡ ਕੇ ਉਹਨੂੰ ਕਿਹਾ ਕਿ ਇਹ ਵਿਗਾੜ ਕੁਛ ਕਰੇ ਨਾ ਤੇਰਾ, ਜੋ ਮਰਜ਼ੀ ਕੋਈ ਕਰੇ। ਜਦੋਂ ਗੁਰੂ ਦੀ ਕੋਈ ਬਖਸ਼ਿਸ਼ ਹੈ ਉਹਨੂੰ ਕੋਈ ਖੋ ਸਕਦਾ ਹੈ? ਜੇ ਗੁਰੂ ਨੇ ਨਾਮ ਬਖਸ਼ਿਆ ਹੈ ਤੇ ਸਾਰੀ ਦੁਨੀਆ ਇਹਦੇ ਉਲਟ ਹੋ ਜਾਵੇ, ਇਹਦਾ ਕੁਛ ਨਹੀਂ ਵਿਗਾੜ ਸਕਦੇ। ਕਰੀ ਜਾਣ ਲੋਕੀ ਗੱਲਾਂ, ਕਰੀ ਜਾਣ ਜਿੰਨੀਆਂ ਮਰਜ਼ੀ ਕਰੀ ਜਾਣ, ਕੀ ਕਹਿਣ ਕਰਨੇ। ਪਰ ਜੇ ਗੁਰੂ ਨਾਲ ਹੈ ਤੇ ਜੇ ਗੁਰੂ ਨਾਲ ਨਹੀਂ ਹੈ ਤੇ ਫਿਰ ਜਿੰਨਾ ਕੁਛ ਮਰਜ਼ੀ ਬਣਿਆ ਹੋਵੇ ਉਹ 1 ਮਿੰਟ ਨਹੀਂ ਲੱਗਦਾ ਇਹਦਾ ਵਿਸਰਦਿਆਂ। ਇਸ ਲਈ ਗੁਰੂ ਕਾ ਬਲ ਹਿਰਦੇ ਧਰਮ ਨੇ। ਹਾਂਜੀ, ਅੱਗੇ ਬਿਨਾ ਮੋਜ ਗੁਰ ਕੁਛ ਨਹੀਂ ਹੋਤਾ, ਸੁਣ ਪਿਆਰੇ ਤੂੰ ਕਰ ਭਗਤੀ। ਬਸ ਤੇ ਇੰਨੀ ਗੱਲ ਦਾ ਭਰੋਸਾ ਬਣ ਗਿਆ ਤੇ ਫਿਰ ਬਈ ਕਾਦੀ ਹੈ। ਕਹਿੰਦੇ ਬਿਨਾ ਮੌਜ ਗੁਰੂ ਕੁਛ ਨਹੀਂ ਹੁੰਦਾ। ਜੇ ਅਸੀਂ ਇਹੋ ਸਮਝ ਲਈਏ ਕਿ ਗੁਰੂ ਦੀ ਮੌਜ 'ਚ ਹੋ ਰਿਹਾ ਹੈ, ਹੁਣ ਅਸੀਂ ਕਰੀ ਜਾਈਏ ਠੰਡ ਬੜੀ ਗਰਮੀ ਬੜੀ, ਠੀਕ ਹੈ ਨਾ, ਉਹਦੀ ਮੌਜ ਦੇ ਵਿੱਚ ਜੇ ਅਸੀਂ ਇਹ ਸੋਚ ਲੈਂਦੇ ਹਾਂ ਜਦੋਂ ਕਿ ਬਈ ਉਹਦੀ ਮੌਜ ਜਿਸ ਤਰ੍ਹਾਂ ਵੀ ਉਹ ਚਾਹੁੰਦਾ ਹੈ, ਠੀਕ ਹੈ, ਪੱਕਿਆਂ ਕਰ ਰਿਹਾ ਨਾ, ਪੱਕਿਆਂ ਕਰ ਰਿਹਾ ਹਰ ਇੱਕ ਨੂੰ, ਹਰ ਇੱਕ ਮੌਸਮ ਦੇ ਵਿੱਚ ਰਹਿਣਾ ਆਵੇ ਇਹਨੂੰ, ਕਿਉਂਕਿ ਪਤਾ ਨਹੀਂ ਜਦੋਂ ਘਾਟੀ ਇਹੋ ਜਿਹੀ, ਰਸਤਾ ਇਹੋ ਜਿਹਾ, ਪਤਾ ਨਹੀਂ ਕਿੱਥੇ ਠੰਡ ਆਉਣੀ ਕਿੱਥੇ ਗਰਮੀ ਆਉਣੀ, ਤੇ ਉਹ ਵੀ ਹਰ ਤਰ੍ਹਾਂ ਸਾਨੂੰ ਪੱਕਿਆਂ ਕਰ ਰਿਹਾ। ਤੇ ਜਦੋਂ ਇਹ ਮੌਜ 'ਚ ਰਵਾਂਗੇ ਫਿਰ ਕੋਈ ਡਰ ਨਹੀਂ ਲੱਗੇਗਾ। ਇਸ ਲਈ ਉਹਨੇ ਫਰਮਾਇਆ ਕਿ ਬਈ ਬਿਨਾ ਮੌਜ ਗੁਰੂ ਕੁਛ ਨਹੀਂ ਹੋਤਾ, ਸੁਣ ਪਿਆਰੇ ਤੂੰ ਕਰ ਭਗਤੀ। ਹਾਂਜੀ, ਤੂੰ ਕੱਚਾ ਇਹ ਕਰੇ ਕਚਾਈ, और कहूँ क्या कर भगति। हाँ जी, करते करते पक्का होगा, और अपाओ ना कर भगति। ਹੁਣ ਸਾਫ਼ ਹੀ ਕਰ ਦਿੱਤਾ, ਕਹਿੰਦੇ ਕਿ ਔਰ ਉਪਾਓ ਨਾ ਕਰ ਭਗਤੀ। ਕਹਿੰਦੇ ਹੋਰ ਕੋਈ ਉਪਾਓ ਨਹੀਂ ਹੈਗਾ। ਜੇ ਇਹਦੇ ਨੂੰ ਕੋਈ ਸੌਖਾ ਹੁੰਦਾ ਤੇ ਕਰ ਦਿੰਦੇ, ਪਰ ਜਿਸ ਦੇਸ਼ ਦੇ ਵਿੱਚ ਬੈਠੇ ਆ, ਜਿਸ ਤਰੀਕੇ ਦੇ ਨਾਲ ਜੋ ਜੋ ਚੀਜ਼ਾਂ ਚਾਹੀਦੀਆਂ ਨੇ ਉਹ ਸਾਰੀਆਂ ਹੋਣੀਆਂ ਨੇ। ਉਹਨੇ ਇਸ ਕਰਕੇ ਫਰਮਾਇਆ ਕਿ ਤੂੰ ਕੱਚਾ ਜੇ ਕਰੇ ਕਚਾਈ। ਅਸੀਂ ਕੱਚੇ ਆ, ਤਾਂ ਹੀ ਕੱਚਾ ਜਿਹੜੀ ਚੀਜ਼ ਟੁੱਟਦੀ ਹੈ ਨਾ, ਸਾਨੂੰ ਉਹ ਪੱਕਿਆਂ ਕਰ ਰਹੇ ਨੇ। ਉਹਨਾਂ ਕਿ ਤੂੰ ਕੱਚਾ ਇਹ ਕਰੇ ਕਚਾਈ, ਔਰ ਕਹੂੰ ਕਿਆ ਕਰ ਭਗਤੀ। ਕਹਿੰਦੇ ਮੈਂ ਹੋਰ ਕੀ ਕਵਾਂ, ਹੈ ਤੇ ਕੱਚੇ ਆ ਤੇ ਹੁਣ ਪੱਕੇ ਹੋਣ ਵਾਸਤੇ ਤੇ ਜਿਹੜਾ ਕੰਮ ਕਰਨਾ ਪੈਣਾ ਉਹੀ ਕਰਨਾ ਪੈਣਾ। ਹੁਣ ਕੋਈ ਭਲਵਾਨ ਜਦੋਂ ਭਲਵਾਨੀ ਸਿੱਖਦਾ ਹੈ, ਉਹ ਅਖਾੜੇ 'ਚ ਜਾਂਦਾ ਹੈ ਤੇ ਪਹਿਲੀ ਵਾਰ ਤੇ ਮਾਰ ਖਾ ਕੇ ਤੇ ਬਹਿ ਜਾਂਦਾ ਹੈ, ਪਰ ਹੁਣ ਉਹ ਕਵੇ ਕਿ ਮੇਰਾ ਸਰੀਰ ਹੁਣ ਤਗੜਾ ਹੋਵੇ, ਪੱਕਾ ਹੋਵੇ, ਤੇ ਉਹ ਘਰ ਬੈਠ ਕੇ ਥੋੜ੍ਹਾ ਪੱਕਾ ਹੋ ਜਾਣਾ। ਉਹ ਬਾਰ-ਬਾਰ ਅਖਾੜੇ 'ਚ ਹੀ ਆਉਣਾ ਪੈਣਾ, ਫਿਰ ਮਾਰ ਖਾਣੀ ਪੈਣੀ। ਫਿਰ ਹੌਲੀ ਹੌਲੀ ਕਰਦਿਆਂ ਜਿਸ ਤਰ੍ਹਾਂ ਵਾ ਉਹ ਜਿਹੜਾ ਪੱਕਾ ਹੋ ਜਾਂਦਾ ਹੈ। ਇਸੇ ਤਰ੍ਹਾਂ ਉਹਨੇ ਫਰਮਾਇਆ ਕਿ ਤੂੰ ਕੱਚਾ ਜੇ ਕਰੇ ਕਚਾਈ, ਔਰ ਕਹੂੰ ਕਿਆ ਕਰ ਭਗਤੀ। ਕਰਤੇ ਕਰਤੇ ਪੱਕਾ ਹੋਗਾ, ਔਰ ਉਪਾਓ ਨਾ ਕਰ ਭਗਤੀ। ਕਹਿੰਦੇ ਕਰਤੇ ਕਰਤੇ ਪੱਕਾ ਹੋਗਾ। ਡਿੱਗਦੇ ਪਏ ਆ, ਫਿਰ ਉੱਪਰ ਉੱਠਦੇ ਆ, ਫਿਰ ਡਿੱਗਦੇ ਆ, ਫਿਰ ਉੱਠਦੇ ਆ, ਪਰ ਇਸੇ ਤਰ੍ਹਾਂ ਹੀ ਇਹ ਗੱਲ ਬਣਨੀ ਹੈ। ਜੇ ਅਸੀਂ ਸੋਚੀ ਲੈ ਤਾਂ ਮੈਂ ਤਾਂ ਇੰਨੀ ਵਾਰੀ ਉੱਠਿਆ ਫਿਰ ਡਿੱਗ ਪਿਆ, ਫਿਰ ਨਹੀਂ ਗੱਲ ਬਣਨੀ ਹੈਗੀ। ਕਈ ਵਾਰੀ ਮਨ ਧੋਖਾ ਦਿੰਦਾ ਹੈ, ਕਈ ਵਾਰੀ ਕਈ ਕੁਛ ਹੁੰਦਾ, ਕਈ ਵਾਰ ਲੱਗਦਾ ਹੈ ਕਿ ਉਹ ਇਹ ਤਾਂ ਟਾਈਮ ਇੱਦਾਂ ਹੀ ਲੰਘ ਰਿਹਾ ਹੈ, ਪਤਾ ਨਹੀਂ ਕੀ ਬਣ ਨਹੀਂ ਰਿਹਾ ਕੁਛ। ਨਹੀਂ, ਇਸ ਤਰ੍ਹਾਂ ਹੋ ਸਕਦਾ ਹੈ? ਸਭ ਕੁਛ ਬਣਾ ਰਿਹਾ, ਸਭ ਕੁਛ ਬਣ ਰਿਹਾ। ਬਸ ਉਸ ਸਤਿਗੁਰਾਂ ਦੀ ਮੌਜ ਦੇ ਵਿੱਚ ਆਪਣਾ ਜਿਹੜਾ ਆ ਜੋ ਸਤਿਗੁਰਾਂ ਦਾ ਹੁਕਮ ਹੈ ਉਹਦੇ ਵਿੱਚ ਚੱਲੀ ਜਾਈਏ, ਉਹਨਾਂ ਦੇ ਬਚਨਾਂ ਦੇ ਉੱਤੇ ਪੱਕੇ ਹੁੰਦੇ ਰਹੀਏ, ਆਪਣੇ ਆਪ ਹੀ ਇਹਨੂੰ ਹਰ ਚੀਜ਼ ਦਾ ਨਿਸਤਾਰਾ ਹੋ ਜਾਏਗਾ। ਹਾਂਜੀ, ਕੱਚੀ ਸੇ ਪੱਕੀ ਹੋਏ ਇੱਕ ਦਿਨ, ਛੋੜ ਕਪਟ ਤੂੰ ਕਰ ਭਗਤੀ। ਕਪਟ ਭਗਤੀ ਕੁਛ ਕਾਮ ਨਾ ਆਵੇ, ਸੱਚੀ ਕੱਚੀ ਕਰ ਭਗਤੀ। ਹੁਣ ਇਹ ਸਾਰੇ ਸਤਸੰਗ ਦਾ ਜਿਸ ਤਰ੍ਹਾਂ ਨਿਚੋੜ ਕੱਢ ਦਿੱਤਾ, ਸਾਰ ਕੱਢ ਦਿੱਤਾ ਹੈ, ਜਿਹੜਾ ਸੰਭਾਲਣ ਵਾਲਾ ਹੈ। ਇਹੋ ਚੀਜ਼ ਜਿਹੜੀ ਹੈ ਅਸੀਂ ਪੱਲੇ, ਜਿਸ ਤਰ੍ਹਾਂ ਕੋਈ ਵੀ ਚੀਜ਼ ਦਾ ਅਸੀਂ ਨਿਚੋੜ ਕੱਢ ਕੇ ਉਹਦਾ ਇਹ ਫੁੱਲਾਂ ਦਾ ਇਤਰ ਬਣਾ ਕੇ ਰੱਖ ਲੈਂਦੇ ਹਾਂ, ਤੇ ਕਿੰਨਿਆਂ ਫੁੱਲਾਂ ਚੋਂ ਇੰਨਾ ਕੁ ਇਤਰ ਨਿਕਲ ਆਉਂਦਾ ਹੈ। ਇਸੇ ਤਰ੍ਹਾਂ ਉਸ ਚੀਜ਼ ਦਾ ਸਭ ਦਾ ਨਿਚੋੜ ਦੱਸਿਆ। ਹੁਣ ਉਹਨਾਂ ਨੇ ਫਰਮਾਇਆ ਕਿ ਕੱਚੀ ਸੇ ਪੱਕੀ ਹੋਏ ਇੱਕ ਦਿਨ।
ਕੱਚੀ ਸੇ ਪੱਕੀ ਹੋਏ ਇੱਕ ਦਿਨ ਛੋੜ ਕਪਟ ਤੂੰ ਕਰ ਭਗਤੀ। ਕਹਿੰਦੇ ਕੱਚੀ ਦੀ ਕੋਈ ਗੱਲ ਨਹੀਂ ਹੈਗੀ, ਕੱਚਿਆਂ ਤੋਂ ਪੱਕੀ ਹੋ ਜਾਏਗੀ, ਪਰ ਜੇ ਕਪਟ ਆ ਵਿੱਚ ਤੇ ਫਿਰ ਪੱਕੀ ਨਹੀਂ ਹੋਣੀ ਹੈਗੀ। ਮਿੱਟੀ ਦੀ ਇੱਟ ਉਹਨੂੰ ਬਣਾ ਕੇ ਅੱਗ ਦੇ ਵਿੱਚ ਰੱਖ ਦਿੱਤੀ ਏ ਤੇ ਬਈ ਚਲੋ ਥੋੜਾ ਥੋੜਾ ਕਰਦਿਆਂ ਪੱਕ ਰਹੀ ਹੈ। ਜੇ ਅਸੀਂ ਹੋਰ ਕੋਈ ਕੂੜਾ ਕਰਕਟ ਇਕੱਠਾ ਕਰਕੇ ਉਹਦੇ ਵਿੱਚ ਰੱਖ ਦਿੰਦੇ ਹਾਂ, ਉਹ ਭਾਵੇਂ ਉਹ ਸੜ ਕੇ ਸਵਾਹ ਹੋ ਜਾਊਗਾ, ਉਹ ਪੱਕਾ ਨਹੀਂ ਹੋਣਾ ਹੈਗਾ। ਜਿਹੜੀ ਚੀਜ਼ ਉਹਨੇ ਕਹਿਣਾ ਕਿ ਲੋਹੇ ਤੋਂ ਸੋਨਾ ਬਣਾ ਦਿੰਦੀ ਹੈ, ਪਰ ਜੇ ਲੋਹਾ ਹੀ ਮਿੱਟੀ ਹੋਇਆ ਪਿਆ, ਜੰਗਾਲ ਖਾਦਾ ਪਿਆ ਹੈ, ਤੇ ਪਾਰਸ ਵੀ ਕੀ ਕਰੇਗਾ ਉੱਥੇ? ਪਾਰਸ ਦੀ ਕੀ ਖਾਸੀਅਤ ਹੈ ਕਿ ਉਹ ਲੋਹੇ ਨੂੰ ਜਿਹੜਾ ਸੋਨਾ ਕਰ ਦਿੰਦਾ ਹੈ, ਪਰ ਜੇ ਲੋਹੇ ਨੂੰ ਜੰਗਾਲ ਲੱਗਾ ਪਿਆ ਹੈ, ਜੰਗਾਲ ਬਿਲਕੁਲ ਮਿੱਟੀ ਹੋਇਆ ਪਿਆ ਲੋਹਾ ਹੀ, ਤੇ ਉੱਥੇ ਪਾਰਸ ਕੁਛ ਨਹੀਂ ਕਰਦਾ। ਇਸੇ ਤਰ੍ਹਾਂ ਹੀ ਸਤਿਗੁਰੂ ਨੇ ਫਰਮਾਇਆ ਕਿ ਕੱਚੀ ਸੇ ਪੱਕੀ ਹੋਏ ਇੱਕ ਦਿਨ ਛੋੜ ਕਪਟ ਤੂੰ ਕਰ ਭਗਤੀ। ਕਪਟ ਨਾਲ ਜਦੋਂ ਭਗਤੀ ਵਾਲੇ ਪਾਸੇ ਪੈ ਗਏ, ਫਿਰ ਕਪਟ ਨਾ ਕਰੀਏ। ਜੋ ਵੀ ਹੈਗਾ ਗੁਰੂ ਦੇ ਸਾਹਮਣੇ ਆ। ਮਨ ਧੋਖਾ ਦੇਈ ਜਾ ਰਿਹਾ, ਇਹ ਕਹਿੰਦਾ ਬੱਲੇ ਬੱਲੇ ਬੜਾ ਜੀ, ਮੈਂ ਤੇ ਬਹੁਤ ਚੰਗਾ ਹੈ। ਸਭ ਜਿਹੜੇ ਕੰਮ ਕਰੀ ਜਾਂਦਾ, ਕਰਮ ਕਰੀ ਜਾਂਦਾ ਹੈ, ਲੇਕਿਨ ਆਪਣੇ ਆਪ ਨੂੰ ਉਸ ਪਾਸੇ ਲਿਆਉਂਦਾ ਨਹੀਂ, ਕਹਿੰਦਾ ਨਹੀਂ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ। ਇਹ ਜਿਹੜਾ ਕਪਟ ਹੈ, ਇਹਨੂੰ ਪੱਕਿਆ ਨਹੀਂ ਹੋਣ ਦੇਗਾ ਕਦੇ। ਅੱਗੇ ਉਹਨੇ ਫਰਮਾਇਆ ਕਪਟ ਭਗਤੀ ਕੁਛ ਕਾਮਨਾ ਆਵੇ, ਸੱਚੀ ਕੱਚੀ ਕਰ ਭਗਤੀ। ਕਹਿੰਦੇ ਕਪਟ ਵਾਲੀ ਭਗਤੀ ਜਿਹੜੀ ਆ ਉਹ ਨਹੀਂ ਆਉਣੀ। ਕਪਟ ਨਹੀਂ ਕੰਮ ਆਉਣਾ ਕਿਸੇ, ਕੱਚੀ ਹੋਏਗੀ ਕੰਮ ਆ ਜਾਏਗੀ। ਨਹੀਂ ਭਗਤੀ ਹੋ ਰਹੀ, ਅਸੀਂ ਬਿਲਕੁਲ ਨੀਚੇ ਆ, ਕੋਈ ਗੱਲ ਨਹੀਂ ਹੈਗੀ। ਪਰ ਜੇ ਅਸੀਂ ਮੰਨ ਲਵੋ ਕਿ ਚੱਲੀ ਜਾ ਰਹੇ ਹਾਂ, ਸਭ ਕੁਛ ਆਪਣਾ ਕੰਮ ਕਰੀ ਜਾ ਰਹੇ ਹਾਂ, ਪਰ ਅੰਦਰ ਕਪਟ ਰੱਖਿਆ ਪਿਆ ਹੈ, ਤੇ ਫਿਰ ਅਸੀਂ ਕਹੀਏ ਸਾਡੀ ਤਰੱਕੀ ਨਹੀਂ ਹੋ ਰਹੀ। ਤਰੱਕੀ ਕਾਹਦੀ ਹੋਏਗੀ? ਉਹ ਗੱਲ ਨਹੀਂ ਬਣਨੀ। ਥੋੜਾ ਚੱਲੀਏ, ਕੋਈ ਗੱਲ ਨਹੀਂ ਹੈ, ਇੱਕ ਕਦਮ ਹੀ ਚੱਲੀਏ ਭਾਵੇਂ, ਪਰ ਆਪਣੀ ਮੰਜ਼ਿਲ ਵੱਲ ਚੱਲੀਏ ਤਾਂ ਸਹੀ। ਇੱਕ ਕਦਮ ਵੀ ਘਟ ਗਿਆ ਤੇ ਇਹਦਾ ਮਤਲਬ ਕਿ ਮੰਜ਼ਿਲ ਵੱਲ ਸਫ਼ਰ ਇਹਦਾ ਸ਼ੁਰੂ ਹੋ ਗਿਆ। ਤੇ ਜੇ ਇਹ ਕਪਟ ਕਰਕੇ ਜਿਸ ਤਰ੍ਹਾਂ ਬੱਚਾ ਤੁਰੇ ਹੀ ਨਾ, ਜਿਸ ਤਰ੍ਹਾਂ ਹੁਣ ਇੱਕ ਤੇ ਹੁੰਦਾ ਨਾ ਕੋਈ ਪੌੜੀਆਂ ਚੋਂ, ਜਿਸ ਤਰ੍ਹਾਂ ਮਾਂ ਪਿਓ ਕੋਈ ਆਵਾਜ਼ ਮਾਰੇ, ਬੱਚਾ ਉੱਪਰ ਹੀ ਹੈ ਜਾਂ ਛੱਤ ਤੇ ਆ ਜਾਂ ਥੱਲੇ ਆ, ਉੱਪਰ ਜਾਣਾ ਹੈ। ਹੁਣ ਜੇ ਤੇ ਪੌੜੀਆਂ ਚੜ੍ਹ ਕੇ ਜਾਣਾ, ਤੇ ਉਹ ਜਦੋਂ ਕਦਮ ਆਪਣਾ ਇੱਕ ਵੀ ਰੱਖੇ, ਸਟੈਪ ਦੀ ਆਵਾਜ਼ ਆਵੇ, ਤੇ ਚਲੋ ਉਹ ਅਸਲੀ ਹੈ, ਠੀਕ ਹੈ। ਜੇ ਬੱਚਾ ਉੱਥੇ ਖਲੋਤੇ ਖਲੋਤੇ ਕਪਟ ਕਰੇ, ਭੁੜਕੀ ਜਾਵੇ, ਪੈਰਾਂ ਦੀ ਆਵਾਜ਼ ਸੁਣਾਈ ਜਾਵੇ, ਦੇਖੋ ਜੀ ਮੈਂ ਤਾਂ ਦੌੜਾ ਆ ਰਿਹਾ ਵਾਂ, ਬਸ ਆ ਰਿਹਾ ਵਾਂ, ਉਹ ਉਹਨਾਂ ਨੂੰ ਧੋਖਾ ਨਹੀਂ ਦੇ ਰਿਹਾ, ਉਹ ਤੇ ਆਪ ਹੀ ਉੱਥੇ ਰੁਕਿਆ ਪਿਆ। ਇਸੇ ਤਰ੍ਹਾਂ ਕਈ ਵਾਰ ਅਸੀਂ ਕਪਟ ਕਰਦੇ ਹਾਂ ਹਰ ਇੱਕ ਚੀਜ਼ ਦੇ ਵਿੱਚ, ਤੇ ਫਿਰ ਅਸੀਂ ਸੋਚਦੇ ਹਾਂ ਕਿ ਗੱਲ ਕਿਉਂ ਨਹੀਂ ਬਣ ਰਹੀ, ਮਨ ਕਿਉਂ ਨਹੀਂ ਸਾਡਾ ਜਿਹੜਾ ਹਜੇ ਤੱਕ ਸ਼ਾਂਤੀ ਕਿਉਂ ਨਹੀਂ ਮਿਲ ਰਹੀ। ਹੁਣ ਸਾਫ਼ ਹੀ ਕਰ ਦਿੱਤਾ, ਉਹ ਕਹਿੰਦੇ ਕਪਟ ਭਗਤੀ ਕੁਛ ਕਾਮਨਾ ਆਵੇ, ਸੱਚੀ ਕੱਚੀ ਕਰ ਭਗਤੀ। ਸੱਚੀ ਕਰ, ਭਾਵੇਂ ਕੱਚੀ ਹੋਏਗੀ ਤੇ ਪੱਕੀ ਤਾਂ ਕਰ ਦੇਣਗੇ, ਪਰ ਜੇ ਕਪਟ ਰੱਖ ਕੇ ਚੱਲਦੇ ਆ ਤੇ ਫਿਰ ਨਹੀਂ। ਹਾਂਜੀ। ਕਪਟ ਭਗਤੀ ਕੁਛ ਕਾਮਨਾ ਆਵੇ, ਸੱਚੀ ਕੱਚੀ ਕਰ ਭਗਤੀ। ਰਾਧਾ ਸੁਆਮੀ ਕਹਿਤ ਸੁਨਾਈ, ਜੈਸੀ ਬਣੇ ਤੈਸੀ ਕਰ ਭਗਤੀ। ਰਾਧਾ ਸੁਆਮੀ ਜੀ, ਰਾਧਾ ਸੁਆਮੀ। ਕਿ ਰਾਧਾ ਸੁਆਮੀ ਕਹਿਤ ਸੁਨਾਈ, ਜੈਸੀ ਬਣੇ ਤੈਸੀ ਕਰ ਭਗਤੀ। ਕਹਿੰਦੇ ਭਗਤੀ ਬਣਨੀ ਚਾਹੀਦੀ ਹੈ, ਜਿਸ ਤਰੀਕੇ ਨਾਲ ਵੀ ਬਣਦੀ ਹੈ ਤੂੰ ਬਣਾ। ਸੱਚੀ ਜਿਹੜੀ ਭਗਤੀ ਹੈ ਉਹ ਕੰਮ ਆਉਣੀ ਹੈ, ਜਿਸ ਤਰੀਕੇ ਨਾਲ ਵੀ। ਕਿਉਂਕਿ ਸਤਿਗੁਰ ਤੇ ਸਾਨੂੰ ਚਾਹੁੰਦੇ ਨੇ ਉਸ ਅੱਗੇ ਵਧਣਾ, ਉਸ ਚੀਜ਼ ਦੇ ਬਣੇ। ਸਹਾਇਤਾ ਸਾਨੂੰ ਜਿਹੜੀ ਲੈਣੀ ਹੈ ਕਿਸ ਚੀਜ਼ ਤੋਂ ਆ? ਕਈ ਵਾਰ ਸਾਡਾ ਮਨ ਕਿਸੇ ਤਰੀਕੇ ਦੇ ਨਾਲ ਤੁਰਦਾ ਹੈ, ਕਦੀ ਸੁੱਖਾਂ 'ਚ ਤੁਰਦਾ ਹੈ, ਕਦੀ ਦੁੱਖਾਂ 'ਚ ਤੁਰਦਾ ਹੈ, ਕਦੀ ਗਰੀਬੀ 'ਚ ਤੁਰਦਾ ਹੈ, ਕਦੀ ਅਮੀਰੀ 'ਚ ਤੁਰਦਾ ਹੈ। ਬਈ ਉਹਨਾਂ ਨਾਲ ਮਤਲਬ ਨਹੀਂ, ਤੁਰੇ ਸਹੀ ਹੈ ਕਿਸੇ ਹਿਸਾਬ ਨਾਲ। ਜੇ ਸੁੱਖ ਦੇ ਵਿੱਚ ਉੱਦਾਂ ਭੁੱਲ ਜਾਵੇ, ਦੁੱਖ ਦੇ ਵਿੱਚ ਹਾਏ ਹਾਏ ਕਰੀ ਜਾਵੇ, ਅਮੀਰੀ ਦੇ ਵਿੱਚ ਉੱਦਾਂ ਨਸ਼ੇ 'ਚ ਰਵੇ, ਗਰੀਬੀ ਦੇ ਵਿੱਚ ਇਹ ਬੇਨਤੀਆਂ ਕਰੀ ਜਾਵੇ, ਤੇ ਕਿੱਦਾਂ ਅੱਗੇ ਚੱਲੇਗਾ? ਹਰ ਹਾਲ ਦੇ ਵਿੱਚ ਭਗਤੀ ਕਰਨੀ ਹੈ। ਜੋ ਮਰਜ਼ੀ ਸਮਾਂ ਤੇ ਲੰਘੀ ਜਾਣਾ ਹੈ, ਕਦੀ ਇਹ ਠੀਕ ਹੋਣਾ ਹੈ, ਕਦੀ ਇਹ ਬਿਮਾਰ ਹੋਣਾ ਹੈ, ਕਦੀ ਅਮੀਰੀ ਹੋਣੀ, ਕਦੀ ਗਰੀਬੀ ਹੋਣੀ, ਪਰ ਹਰ ਸਾਹ ਦੇ ਨਾਲ ਭਗਤੀ ਕਰੇ। ਥੋੜਾ ਥੋੜਾ ਵੀ ਤੁਰੇਗਾ ਤੇ ਬਈ ਇਹਦਾ ਸਫ਼ਰ ਜਿਹੜਾ ਆ ਤੈਅ ਹੋ ਜਾਵੇਗਾ। ਤੇ ਜੇ ਇਹ ਵੇਟ ਕਰਦਾ ਰਹੇ, ਡੀਕ ਕਰਦਾ ਰਹੇ, ਕੋਈ ਨਹੀਂ ਪਹਿਲਾਂ ਆਹ ਕੰਮ ਹੋ ਜਾਵੇ, ਪਹਿਲਾਂ ਉਹ ਕੰਮ ਹੋ ਜਾਵੇ, ਪਹਿਲਾਂ ਸਾਰੀਆਂ ਕੰਮ ਪੂਰੇ ਹੋ ਜਾਣ, ਫਿਰ ਮੈਂ ਭਗਤੀ ਕਰਾਂਗਾ, ਤੇ ਇਹਨੂੰ ਟਾਈਮ ਨਹੀਂ ਮਿਲਣਾ।
ਜੀਵਨ ਦੇ ਵਿੱਚ ਹੁਣ ਕਿਹਾ ਕਿ ਤਜੋ ਮਨ ਜੇ ਸੁਖ ਦੁੱਖ ਕਾ ਧਾਮ ਲਗੋ ਤੁਮ ਜਾਇਓ ਅਬ ਚੜ੍ਹ ਸਤਨਾਮ। ਇਹ ਦੁੱਖਾਂ ਸੁੱਖਾਂ ਦਾ ਧਾਮ ਹੈ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਪਹਿਲਾਂ ਆਹ ਦੁੱਖ ਸੁੱਖ ਖਤਮ ਹੋ ਜਾਣ, ਆਹ ਜਿਹੜੀਆਂ ਡਿਊਟੀਆਂ ਪੂਰੀਆਂ ਹੋ ਜਾਣ, ਘਰ-ਬਾਰ ਬਣ ਜਾਵੇ, ਬੱਚੇ ਵਿਆਹੇ ਜਾਣ, ਪੜ੍ਹਾਈਆਂ ਲਿਖਾਈਆਂ ਹੋ ਜਾਣ, ਕੋਠੀਆਂ ਬਣ ਜਾਣ, ਫਿਰ ਵਿਹਲੇ ਹੋ ਕੇ ਇੱਕ ਕਮਰਾ ਬਣਾਵਾਂਗੇ, ਫਿਰ ਉੱਥੇ ਬਹਿ ਕੇ ਭਗਤੀ ਕਰਾਂਗੇ। ਬਈ ਇਸ ਤਰ੍ਹਾਂ ਨਹੀਂ ਦੱਸਿਆ ਸੀ ਨਾ ਕਿ ਕੋਈ ਸਾਧੂ ਸੀ ਅਤੇ ਉਹਨਾਂ ਵੀ ਇਸ ਤਰ੍ਹਾਂ ਨਦੀ ਦੇ ਵਿੱਚ ਪੈਰ ਪਾ ਕੇ ਬੈਠੇ, ਸਵੇਰ ਤੋਂ ਬੈਠੇ ਸ਼ਾਮ ਤੱਕ ਬੈਠੇ ਰਹੇ। ਸਾਰੇ ਜਾਣੇ ਲੰਘਦੇ ਰਹੇ, ਵੇਖਦੇ ਰਹੇ, ਵੇਖਦੇ ਰਹੇ। ਸ਼ਾਮ ਨੂੰ ਕਿਸੇ ਨੇ ਆਣ ਕੇ ਪੁੱਛਿਆ, ਮਹਾਤਮਾ ਜੀ ਇਹ ਕੀ ਕਰਦੇ ਪਏ ਹੋ? ਉਹ ਕਹਿੰਦੇ ਮੈਂ ਲੰਘਣਾ ਸੀ ਪਾਰ, ਅਤੇ ਬਸ ਵੇਖਦਾ ਪਿਆ ਕਿ ਪਾਣੀ ਸਾਰਾ ਲੰਘ ਜੇ, ਖਤਮ ਹੋ ਜੇ ਅਤੇ ਫਿਰ ਮੈਂ ਪਾਰ ਲੰਘ ਜਾਵਾਂ। ਉਹ ਕਹਿੰਦੇ ਮਹਾਰਾਜ ਨਹੀਂ, ਇਹਨੇ ਥੋੜ੍ਹਾ ਖਤਮ ਹੋਣਾ, ਇਹ ਤਾਂ ਚੱਲੀ ਜਾਣਾ। ਉਹ ਕਹਿੰਦੇ ਫਿਰ ਜੇ ਤੁਸੀਂ ਲੰਘਣਾ ਹੈ ਤਾਂ ਫਿਰ ਉਹ ਪੁਲ ਬਣਿਆ ਉੱਧਰੋਂ ਦੀ ਚਲੇ ਜਾਓ, ਇਹਦੇ ਉੱਪਰੋਂ ਸਭ ਵਿੱਚੇ ਸਾਨੂੰ ਲੰਘਣਾ ਪੈਣਾ। ਇਹਨਾਂ ਦੇ ਉੱਪਰੋਂ ਦੀ ਜਿਹੜਾ ਉੱਤੋਂ ਜਿਹੜਾ ਰਸਤਾ ਬਣਾਇਆ ਸਤਿਗੁਰਾਂ ਨੇ, ਉਹਦੇ ਤੋਂ ਨਿਕਲ ਜਾਈਏ। ਜੇ ਅਸੀਂ ਪਾਣੀ ਉਡੀਕ ਕਰਦੇ ਹਾਂ, ਵੇਟ ਕਰਦੇ ਹਾਂ ਕਿ ਖਤਮ ਹੋ ਜਾਵੇ, ਸਾਰਾ ਕੁਛ ਹੋ ਜਾਵੇ, ਨਿਕਲ ਜਾਵੇ, ਫਿਰ ਅਸੀਂ ਕਰਾਂਗੇ ਤੇ ਉਹ ਨਹੀਂ ਹੋਣਾ। ਇਹ ਜਿਹੜੀ ਟੁਕ ਟੁਕ ਜਿਹੜੀ ਚੱਲਦੀ ਰਹਿੰਦੀ। ਇਸ ਲਈ ਸਤਿਗੁਰ ਦਇਆ ਕਿਰਪਾ ਕਰਨ ਕਿ ਉਹਨਾਂ ਨੇ ਜਿਸ ਤਰ੍ਹਾਂ ਫਰਮਾਇਆ ਕਿ ਕਪਟ ਭਗਤੀ ਕੁਛ ਕਾਮ ਨਾ ਆਵੇ, ਸੱਚੀ ਕੱਚੀ ਕਰ ਭਗਤੀ। ਬਸ ਇੰਨੀ ਕੁ ਚੀਜ਼ ਜਿਹੜੀ ਰੁਕਾਵਟ ਹੈ, ਹਰ ਚੀਜ਼ ਦਾ ਜਿਹੜਾ ਨਿਚੋੜ ਹੈ ਕਿ ਕਪਟ ਨਾ ਹੋਵੇ ਉਹਦੇ ਵਿੱਚ, ਬਈ ਘੱਟ ਹੋਵੇ ਨਾ ਹੋਵੇ, ਜੋ ਵੀ ਆ ਇਹਦੇ ਅੰਦਰ ਪਿਆਰ ਹੋਵੇ, ਬਈ ਕਿਸੇ ਚੀਜ਼ ਦੀ ਹੋਰ ਦੀ ਕੋਈ ਇਹਨੂੰ ਕੋਈ ਲੋੜ ਹੀ ਨਹੀਂ ਕਿਸੇ ਚੀਜ਼ ਦੀ। ਅਤੇ ਜੇ ਇਹਦੇ ਅੰਦਰ ਪ੍ਰੇਮ ਨਹੀਂ ਹੈਗਾ ਨਾ, ਕਿ ਜਿਹੜੀ ਭਗਤੀ ਪ੍ਰੇਮ ਇਸ਼ਕ ਜੇ ਤਿੰਨ ਇੱਕੋ ਹੀ ਚੀਜ਼ ਹੈ। ਭਗਤੀ ਦਾ ਇਸ਼ਕ ਕਹਿੰਦੇ ਪ੍ਰੇਮ ਕਿਹੜਾ ਇੱਕੋ ਹੀ ਹੈ, ਸਭ ਕੁਛ ਅਲੱਗ ਅਲੱਗ ਨਾ। ਅਤੇ ਪਿਆਰ ਜਿਹੜਾ ਹੈ ਸੱਚਾ ਹੋਵੇ, ਥੋੜ੍ਹਾ ਘੱਟ ਹੋਏਗਾ ਕੋਈ ਗੱਲ ਨਹੀਂ ਹੈ, ਪਰ ਜਿੰਨਾ ਹੋਵੇ ਸੱਚਾ ਹੋਵੇ। ਸਤਿਗੁਰ ਦਇਆ ਕਿਰਪਾ ਕਰਨ, ਆਪ ਹੀ ਰਹਿਮਤ ਕਰਕੇ ਸਾਨੂੰ ਸੱਚਾ ਭਾਵ ਭਰੋਸਾ ਪਿਆਰ ਬਖਸ਼ਣ, ਤਾਂ ਜੋ ਅਸੀਂ ਆਪਣੇ ਇਸ ਕੀਮਤੀ ਜੀਵਨ ਤੋਂ ਜਿਹੜਾ ਇਹ ਫਾਇਦਾ ਉਠਾ ਸਕੀਏ, ਸਾਡਾ ਟਾਈਮ ਖਰਾਬ ਨਾ ਹੋਵੇ ਅਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਕਪਟ ਦੇ ਵਿੱਚ ਪੈ ਕੇ ਆਪਣਾ ਜੀਵਨ ਜਿਹੜਾ ਖਰਾਬ ਨਾ ਕਰੀਏ। ਰਾਧਾ ਸੁਆਮੀ ਜੀ, ਰਾਧਾ ਸੁਆਮੀ। ਓ ਗਨ ਹਾਰਾ ਗੁਣ ਨਹੀਂ ਮਨ ਕਾ ਬੜਾ ਕਠੋਰ, ਐਸੇ ਸਮਰੱਥ ਸਤਿਗੁਰੂ ਤਾਹੇ ਲਗਾਵੇ ਠੋਰ। ਤੁਮ ਤੋ ਸਮਰੱਥ ਸਾਈਆਂ ਦ੍ਰਿੜ ਕਰ ਪਕੜੋ ਬਾਹੇ, ਤੋਰਾ ਹੀ ਲੈ ਪਹੁੰਚਾਈਓ। ਜਨ ਛਾੜਿਓ ਮਗ ਮਾਹੇ, ਸੂਰਤ ਕਰੋ ਮੇਰੇ ਸਾਈਆਂ। ਹਮ ਹੈ ਭਵ ਜਲ ਮਾਹੇ, ਆਪੇ ਹੀ ਬਹਿ ਜਾਏਂਗੇ। ਜੋ ਨਹੀਂ ਪਕੜੋ ਬਾਹੇ, ਘਾਟ ਸਮੁੰਦਰ ਲੱਖ ਨਾ ਪੜੇ, ਉਠੇ ਲਹਿਰ ਅਪਾਰ। ਦਿਲ ਦਰਿਆ ਸਮਰੱਥ ਬਿਨਾ, ਕੌਣ ਉਤਾਰੇ ਪਾਰ। ਸਭ ਦਰਤੀ ਕਾਗਜ਼ ਕਰੂੰ, ਲੇਖਣ ਸਭ ਬਨ ਰਾਏ। ਸਾਤ ਸਹਿੰਦ ਕੀ
वास करूं। गुरु गुण लिखा ना जाए, मुझ अवगण है तुझ गुण, तुझ गुण अवगण मुझ जो मैं विसरूं तुझ को, तुम मत विसरो मुझ जो मैं भूल बिगाड़िया ना कर मैला चित। साहिब गौरा लोड़िए न पर बिगाड़े नेत, अवगण किए तो बहु किए, करत न मानिहार। पावे बंदा बख्शियो, पावे गरदन मार। मैं अपराधी जन्म का, नाक सिख बरा बेकार। तुम दाता दुख भंजन मेरी करो संभार। मन परतीत न प्रेम रस, ना कछु तन में डंग। ना जानू महाराज से क्यों कर रहसी रंग। क्या मुख ले बेनती करूं, लाज आवत है मोहे। तुम देखत अवगण करूं, कैसे बाऊं तो हे। भगति दान मोहे दीजिए, गुरुदेवन के देव और नहीं कछु चाहिए। निस दिन तेरी सेव, जो अब के साथ गुरु मिले, सब दुख आँखों रोए। चरणायों पर शीस धर, कहूँ जो कहना होए। जो अब के साहिब मिले, सब
दुख आखूं रोए चरणायो पर शीस धार कहूँ जो कहना होए करूँ बेनती दो कार जोड़ी अरज सुनियो राधा स्वामी मोरी सात पुरुष तुम सात गुरु दाता सब जीवन के पिता और माता दया धार अपना कर लीजे काल जाल से न्यारा कीजे सात युग त्रेता द्वापर बीता काहू न जानी शब्द की रीता काल योग में सतगुरु दया बिचारी परगट कार के शब्द पुकारी जीव काज सतगुर जग में आए भाव सागर से पार लगाए तीन छोड़ चौथा पद दीना सात नाम सत गुरु गत चीना जग मग जोत होत उजियारा गगन स्रोत पर चंद्र निहारा श्वेत सिंहासन छतर बिराजे अनहद शब्द गैब दोन गाजे अक्षर ने अक्षर पारा बेनती करे जा दास तुम्हारा लोक आलोक पाऊं मैं सुख धाम चरण शरण दीजे बेसरामा लोक आलोक पाऊं मैं सुख धाम चरण शरण दीजे बेसरामा करूं बेनती दो कार जोड़ी सतगुर दो कार जोड़ी अरज सुनियो
स्वामी जी सात गुरु मोरी दासां की है बेनती सुनो गरीब निवाज जो मैं पूतक पूत हाँ बौड़ पिता को लाज बार बार बिनती करूं अर्ज करूं हाथ जोड़ सतसंग सिमरन भजन की दर्शन दीन तलोड़ सब संगत के हृदय में बसे आपका प्रेम सतसंग सिमरन भजन का बढ़िया रहे नित नेम सब संगत के हृदय में बसे आपका प्रेम सतसंग सिमरन भजन का बढ़िया रहे नित नेम। राधा स्वामी।